ਦੀ ਨੂਰ ਅਰਸੋਂ ਕੁਰਸੋਂ ਚੱਟੀਐ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਵਾਹਿਗੁਰੂ ਸਾਹਿਬ ਜੀਓ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ, ਰਹਾਉ ਸਹਸ ਤਵ ਨੈਨ। ਨਾਨੋ ਨੈਨ ਹੈ ਤੋਹੇ ਕਉ, ਸਹਸ ਮੂਰਤ ਨਨਾ ਏਕ ਤੋਹੀ। ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰਿੰਗ ਕਉ, ਹੋਏ ਜਾਤੇ ਤੇਰਾ ਨਾਏ ਵਾਸਾ। ਕਿਰਪਾ ਜਲ ਦੇਹ ਨਾਨਕ ਸਾਰਿੰਗ ਕਉ, ਹੋਏ ਜਾਤੇ ਤੇਰਾ ਨਾਏ ਵਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਵਿਰਾਜਮਾਨ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹਾਜ਼ਰੀਆਂ ਲਵਾ ਰਹੇ ਅਤੀ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀ, ਵਡਭਾਗੇ ਹਾਂ ਜੋ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਸਾਧ ਸੰਗਤ ਬਾਰੇ
ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਸਭ ਤੋਂ ਉੱਤਮ ਪੰਥ ਮਾਰਗ ਰਸਤਾ ਸਾਧ ਸੰਗਤ ਦਾ ਹੈ, ਸਤ ਸੰਗਤ ਦਾ ਹੈ। ਅਗਰ ਕੋਈ ਸਤ ਸੰਗਤ ਦੇ ਮਾਰਗ 'ਤੇ ਚੱਲ ਪਏ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਉਸ ਗੁਰਸਿੱਖ ਨੂੰ, ਉਸ ਗੁਰਮੁਖ ਨੂੰ ਜਮਦੂਤਾਂ ਦਾ ਡਰ ਨਹੀਂ ਰਹਿੰਦਾ, ਜਮਦੂਤਾਂ ਦਾ ਡਰ ਮੁੱਕ ਜਾਂਦਾ ਹੈ ਜਿਹੜਾ ਸਾਧ ਸੰਗਤ ਦੇ ਨਾਲ ਜੁੜਦਾ ਹੈ। ਤਾਂ ਇਸ ਕਰਕੇ ਆਪ ਸਰਬੱਤ ਮਾਈ ਭਾਈ ਵਡਭਾਗੇ ਹੋ, ਧੰਤਾ ਤੇ ਯੋਗ ਹੋ, ਜੋ ਗੁਰੂ ਦਰਬਾਰ ਦੀ ਹਾਜ਼ਰੀ ਲਵਾ ਰਹੇ ਹੋ ਔਰ ਉਸ ਦੇ ਨਾਲ ਸਤਸੰਗਤ ਦੇ ਸੁਭਾਗੇ ਸਮੇਂ ਦਾ ਲਾਭ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਦੀ ਪਾਵਨ ਪਵਿੱਤਰ ਗੁਰਬਾਣੀ ਲੜੀਵਾਰ ਸ਼ਬਦ ਵਿਚਾਰ ਕਥਾ ਚੱਲ ਰਹੀ ਹੈ। ਨਿਤਨੇਮ ਦੀਆਂ ਬਾਣੀਆਂ ਦੇ ਵਿੱਚੋਂ ਸੋਹਿਲਾ ਸਾਹਿਬ ਦੀ ਬਾਣੀ, ਜਿਸ ਨੂੰ ਕੀਰਤਨ ਸੋਹਿਲਾ ਵੀ ਆਖ ਦਿੱਤਾ ਜਾਂਦਾ ਹੈ, ਇਸ ਪਾਵਨ ਬਾਣੀ ਦੀ ਵਿਚਾਰ ਪਿਛਲੇ ਦਿਨਾਂ ਵਿੱਚ, ਪਿਛਲੇ ਐਪੀਸੋਡਾਂ ਦੇ ਵਿੱਚ ਆਪ ਜੀ ਨੇ ਸੁਣ ਲਈ ਹੈ, ਜਿਸ ਵਿੱਚ ਹੁਣ ਤੱਕ 2 ਸ਼ਬਦ ਸੋਹਲੇ ਦੇ ਹੋ ਚੁੱਕੇ ਹਨ। ਪਹਿਲਾ ਜੈ ਘਰ ਕੀਰਤ ਆਖੀ ਹੈ, ਦੂਸਰਾ 6 ਘਰ 6 ਗੁਰ 6 ਉਪਦੇਸ਼ ਵਾਲਾ ਸ਼ਬਦ ਆਪਨੇ ਸੁਣਿਆ। ਇਹ ਸੋਹਿਲਾ ਨਾਮ ਦੀ ਬਾਣੀ ਨਿਤਨੇਮ ਦੀਆਂ ਬਾਣੀਆਂ ਵਿੱਚੋਂ ਹੈ। ਗੁਰਸਿੱਖਾਂ ਨੂੰ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਬਿਰਾਜਣ ਲੱਗੇ ਇਸ ਬਾਣੀ ਨੂੰ ਪੜ੍ਹਨ ਦਾ ਹੁਕਮ ਹੈ। ਭਾਵਨਾ ਵਾਲੇ, ਪ੍ਰੇਮ ਵਾਲੇ ਗੁਰਸਿੱਖ ਇਸ ਬਾਣੀ ਨੂੰ ਪੜ੍ਹਦੇ ਹਨ। 2 ਸ਼ਬਦ ਹੋ ਚੁੱਕੇ ਹਨ, 3 ਸ਼ਬਦ ਹੋਰ ਇਸ 'ਤੇ ਰਹਿੰਦੇ ਹਨ, 5 ਸ਼ਬਦ ਇਸ ਬਾਣੀ ਦੇ ਟੋਟਲ ਹਨ। ਆਓ ਅੱਜ ਤੀਸਰਾ ਸ਼ਬਦ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਇਸ ਸ਼ਬਦ ਦੀ ਵਿਚਾਰ ਜਾਣਦੇ ਹਾਂ। ਹਾਜ਼ਰੀ ਲਵਾਉਂਦੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਧਨਾਸਰੀ ਮਹੱਲਾ ਪਹਿਲਾ। ਰਾਗ ਧਨਾਸਰੀ। ਧਨਾਸਰੀ ਰਾਗ ਦੇ ਅੰਦਰ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਜਗਤ ਜਲੰਦੇ ਦੇ ਤਾਰਨਹਾਰ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੀ ਰਸਨਾ ਤੋਂ ਇਹ ਪਾਵਨ ਇਲਾਹੀ ਰੱਬੀ ਬੋਲ ਨਾਜ਼ਿਲ ਹੋਏ ਹਨ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ 13 ਅੰਗ ਉੱਤੇ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਇਹ ਸ਼ਬਦ ਗੁਰਸਿੱਖਾਂ ਦੇ ਸੁਣਨ ਵਿੱਚ ਜ਼ਿਆਦਾ ਇਸ ਕਰਕੇ ਆਉਂਦਾ ਹੈ ਕਿਉਂਕਿ ਜਿਹੜੇ ਗੁਰਸਿੱਖ ਕੰਮਾਂ ਕਾਰਾਂ ਵਾਲੇ ਹਨ ਜਾਂ ਗੁਰਬਾਣੀ ਨੂੰ ਆਪ ਨਹੀਂ ਪੜ੍ਹਨਾ ਜਾਣਦੇ, ਹੈ ਤਾਂ ਗੱਲ ਇਹ ਭਾਰੀ ਨੁਕਸਾਨ ਦੀ ਕਿ ਗੁਰਸਿੱਖ ਨੂੰ ਬਾਣੀ ਨਾ ਪੜ੍ਹਨੀ ਆਉਂਦੀ ਹੋਵੇ। ਗੁਰਸਿੱਖ ਹੋਵੇ, ਉਹਨੂੰ ਆਪ ਖੁਦ ਜੀਵਨ ਵਿੱਚ ਬਾਣੀ ਦੀ ਸੰਥਾ ਲੈਣੀ ਚਾਹੀਦੀ ਹੈ। ਆਪਣੇ ਬੱਚਿਆਂ ਨੂੰ ਗੁਰਬਾਣੀ ਦਾ ਖਜ਼ਾਨਾ ਅੱਗੇ ਦੇ ਕੇ ਜਾਣਾ ਚਾਹੀਦਾ। ਬੱਚਿਆਂ ਨੂੰ ਵੀ ਬਾਣੀ ਦੀ ਸਿੱਖਿਆ ਕਿਸੇ ਵਿਦਵਾਨ, ਸੱਜਣ, ਗੁਣੀ ਗਿਆਨੀ, ਗ੍ਰੰਥੀ ਭਾਈ ਦੇ ਕੋਲੋਂ ਜ਼ਰੂਰ ਦਵਾਉਣੀ ਚਾਹੀਦੀ ਅਤੇ ਆਪ ਸਿੱਖਿਆ ਹੋਵੇ, ਆਪ ਜ਼ਰੂਰ ਬਾਣੀ ਸਿਖਾਵੇ ਆਪਣੇ ਬਾਲਾਂ ਨਿਆਣਿਆਂ ਨੂੰ। ਪਰ ਹਜੇ ਇਸ ਗੱਲ ਦੀ ਕਮੀ ਹੈ, ਤਾਂ ਕਰਕੇ ਮੈਂ ਸ਼ਬਦ ਵਰਤਿਆ ਕਿ ਜਿਹੜੇ ਗੁਰਸਿੱਖ ਆਪ ਬਾਣੀ ਨਹੀਂ ਪੜ੍ਹ ਪਾਉਂਦੇ, ਸ਼ਰਧਾ ਤਾਂ ਉਹਨਾਂ ਦੇ ਵਿੱਚ ਵੀ ਹੈ, ਭਾਵਨਾ ਤਾਂ ਹੈ, ਇਹ ਤਾਂ ਹੈ ਨਹੀਂ ਕਿ ਉਹ ਟੁੱਟੇ ਹੋਏ ਆ ਗੁਰੂ ਤੋਂ। ਉਹ ਫਿਰ ਕੀ ਕਰਦੇ, ਜ਼ਿਆਦਾਤਰ ਗੁਰੂ ਘਰਾਂ ਵਿੱਚ ਸਵੇਰੇ ਸ਼ਾਮ ਜਾਂਦੇ, ਜੇ ਨਹੀਂ ਕਈ ਵਾਰ ਸਮਾਂ ਲੱਗਦਾ ਕਿਤੇ ਸਫ਼ਰ 'ਚ ਹਨ, ਰਸਤੇ 'ਚ ਹਨ, ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ
ਜਾਂ ਸਾਡੇ ਹੋਰ ਗੁਰਧਾਮਾਂ ਤੋਂ ਜੋ ਗੁਰਬਾਣੀ ਦਾ ਕੀਰਤਨ ਕਥਾ ਚੱਲਦੀ ਹੈ ਉਹਨੂੰ ਸੁਣਦੇ ਹਨ। ਸ਼ਾਮਾਂ ਵੇਲੇ ਜਿਸ ਵਕਤ ਆਰਤੀ ਦਾ ਪਾਠ ਕੀਤਾ ਜਾਂਦਾ ਹੈ ਅਤੇ ਆਰਤੀ ਸ਼ੁਰੂ ਕਰਦੇ ਆ ਨਾ ਰਾਗੀ ਸਿੰਘ ਗੁਰੂ ਘਰ ਦੇ ਕੀਰਤਨੀਏ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ, ਅਤੇ ਫਿਰ ਇਹ ਪਾਠ ਜਦੋਂ ਆਰਤੀ ਦਾ ਹੁੰਦਾ ਸਭ ਤੋਂ ਪਹਿਲਾ ਹੀ ਸ਼ਬਦ ਹੁੰਦਾ ਗਗਨ ਮੈਂ ਥਾਲ ਰਾਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ। ਇਸ ਕਰਕੇ ਇਹ ਸ਼ਬਦ ਜ਼ਿਆਦਾ ਗੁਰਸਿੱਖਾਂ ਨੇ ਸੁਣਿਆ ਔਰ ਕਈ ਗੁਰਸਿੱਖ ਪੜ੍ਹਦੇ ਵੀ ਹੈ। ਇਸ ਸ਼ਬਦ ਨੂੰ ਇੱਕ ਤਾਂ ਧਿਆਨ ਨਾਲ ਇਹਦਾ ਪਾਠ ਸੁਣ ਲਿਓ, ਕਈ ਸਾਰੀਆਂ ਗਲਤੀਆਂ ਇਸ ਸ਼ਬਦ ਵਿੱਚ ਅਸੀਂ ਕਰ ਜਾਂਦੇ ਹਾਂ। ਦੂਸਰੀ ਇਹਦੀ ਵਿਚਾਰ ਵੀ ਸਮਝਣ ਵਾਲੀ ਬੜੀ ਸਾਰਥਿਕ ਹੈ, ਦੂਸਰੇ ਸ਼ਬਦਾਂ ਦੀ ਤਰ੍ਹਾਂ ਹੀ ਹੈ। ਇਹ ਸ਼ਬਦ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ ਔਰ ਇਹ ਪਾਵਨ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਜਗਨਨਾਥਪੁਰੀ ਪਹੁੰਚ ਕੇ ਉਚਾਰਨ ਕੀਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਸੇ ਤਰ੍ਹਾਂ ਦਾ ਹੀ ਉਹਨਾਂ ਦਾ ਇਤਿਹਾਸ ਹੈ ਕਿ ਜਗਤ ਜਲੰਦੇ ਨੂੰ ਤਾਰਨ ਦੇ ਲਈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਬਰੈ ਤਿੱਤੈ ਲਿਹੋ ਉਬਾਰ। ਜਿਸ ਰਸਤੇ ਜਿਸ ਤਰੀਕੇ ਲੋਕਾਂ ਦਾ ਭਲਾ ਹੁੰਦਾ ਜਗਤ ਗੁਰੂ ਨਾਨਕ ਦੇਵ ਮਹਾਰਾਜ ਉਸੇ ਤਰ੍ਹਾਂ ਹੀ ਕਰਦੇ। ਕੋਈ ਹੱਥ ਜੋੜ ਕੇ ਬੇਨਤੀ ਕਰਕੇ ਗੁਰੂ ਪਾਤਸ਼ਾਹ ਤੋਂ ਉਪਦੇਸ਼ ਲੈਂਦਾ ਕਿ ਮਹਾਰਾਜ ਕਿਰਪਾ ਕਰਕੇ ਦੱਸੋ ਸੱਚਾ ਜਨੇਊ ਕੀ ਹੈ, ਅਤੇ ਉਹਨੂੰ ਫਿਰ ਸੱਚੇ ਜਨੇਊ ਦੀ ਗੱਲ ਦੱਸ ਦਿੰਦੇ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵਟ ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਕੱਤ। ਪਰ ਜਿੱਥੇ ਕੋਈ ਸਹੀ ਸਿੱਧੀ ਗੱਲ ਨਾ ਪੁੱਛਦਾ ਉੱਥੇ ਮਹਾਰਾਜ ਨੇ ਉਸ ਤਰ੍ਹਾਂ ਦਾ ਕੋਈ ਕੌਤਕ ਵਰਤਾ ਦੇਣਾ। ਜਿਵੇਂ ਹਰਿਦੁਆਰ ਜਾ ਕੇ ਪਾਣੀ ਸੂਰਜ ਦੇ ਉਲਟੇ ਪਾਸੇ ਲਹਿੰਦੇ ਵਾਲੇ ਵੱਲ ਨੂੰ ਦੇਣ ਲੱਗ ਪਏ। ਪਾਂਡਿਆਂ ਨੇ ਆ ਕੇ ਪੁੱਛਿਆ ਤੁਸੀਂ ਸੂਰਜ ਨੂੰ ਨਹੀਂ ਪਾਣੀ ਦਿੰਦੇ, ਇੱਧਰ ਕਿੱਧਰ ਪਾਣੀ ਦਿੰਦੇ ਹੋ? ਗੁਰੂ ਨਾਨਕ ਦੇਵ ਜੀ ਨੇ ਆਖਿਆ ਮੈਂ ਆਉਂਦਾ ਪੰਜਾਬ ਕਰਤਾਰਪੁਰ ਸਾਹਿਬ ਤੋਂ ਆਪਣੀ ਖੇਤ ਬੀਜ ਕੇ ਆਇਆ ਸੀ, ਜਾਂ ਨਨਕਾਣਾ ਸਾਹਿਬ ਵੱਲ ਇਸ਼ਾਰਾ ਕਰ ਦਿੱਤਾ, ਸੁਲਤਾਨਪੁਰ ਲੋਧੀ ਵੱਲ ਕਰ ਦਿੱਤਾ। ਮੈਂ ਆਪਣੇ ਖੇਤ ਬੀਜ ਕੇ ਆਇਆ ਸਾਂ, ਉਹ ਸੁੱਕ ਨਾ ਗਏ, ਹੁਣ ਉਹਨਾਂ ਨੂੰ ਪਾਣੀ ਦੇਣ ਲੱਗਾ। ਉਹਨਾਂ ਫਿਰ ਅੱਗੇ ਸਵਾਲ ਕੀਤਾ ਐਡੀ ਦੂਰ ਪਾਣੀ ਕਿਵੇਂ ਚੱਲ ਜਾਏਗਾ ਤੁਹਾਡਾ? ਗੁਰੂ ਜੀ ਕਹਿੰਦੇ ਕਿੰਨੀ ਕੁ ਦੂਰ ਹੋਣਾ? 350 ਕੋਹ ਹੋਣਾ। ਜੇ ਇੰਨੀ ਦੂਰ ਨਹੀਂ ਜਾ ਸਕਦਾ ਸੂਰਜ 'ਤੇ ਕਿਵੇਂ ਜਾਏਗਾ? ਬਸ ਇੱਦਾਂ ਗੁਰੂ ਸਾਹਿਬ ਨੇ ਵਿਚਾਰ ਸ਼ੁਰੂ ਕੀਤੀ ਅਤੇ ਉਹਨਾਂ ਦਾ ਭਲਾ ਕੀਤਾ, ਉਪਦੇਸ਼ ਦਿੱਤਾ। ਇੱਦਾਂ ਹੀ ਕੁਰੂਕਸ਼ੇਤਰ ਦੇ ਜਿੱਥੇ ਉੱਥੇ ਲੋਕਾਂ ਨੇ ਪਾਂਡਿਆਂ ਨੇ ਇਸ ਤਰ੍ਹਾਂ ਦਾ ਵਹਿਮ ਪਾਇਆ ਹੋਇਆ ਸੀ ਕਿ ਅੱਗ ਨਹੀਂ ਬਾਲਣੀ, ਸੂਰਜ ਗ੍ਰਹਿਣ ਹੈ। ਗੁਰੂ ਜੀ ਨੇ ਉੱਥੇ ਅੱਗ ਬਾਲ ਦਿੱਤੀ। ਅੱਗ ਬਲਦੀ ਵੇਖ ਕੇ ਸਾਰੇ ਹੀ ਆ ਗਏ ਉੱਥੇ, ਅੱਗ ਮੱਚੀ ਜਦ ਅਤੇ ਰੌਲਾ ਪੈ ਗਿਆ। ਅਤੇ ਉੱਥੇ ਗੁਰੂ ਨਾਨਕ ਦੇਵ ਜੀ ਨੇ ਫਿਰ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣ, ਉੱਥੇ ਸ਼ਬਦ ਉਚਾਰਨ ਕਰਕੇ ਉਪਦੇਸ਼ ਦਿੱਤਾ। ਇਸੇ ਤਰੀਕੇ ਜਿੱਥੇ ਕੋਈ ਜਿਸ ਤਰ੍ਹਾਂ ਦਾ ਬੰਦਾ ਹੁੰਦਾ ਉਹਨੂੰ ਉਸ ਤਰੀਕੇ ਦਾ ਉਪਦੇਸ਼ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਿਆ ਕਰਦੇ। ਇਹ ਜਿਹੜਾ ਜਗਨਨਾਥਪੁਰੀ ਹੈ ਇਹ ਹਿੰਦੂ ਮਤ ਦੇ ਹਿੰਦੂ ਧਰਮ ਦੇ ਵੱਡੇ ਧਾਮਾਂ ਦੇ ਵਿੱਚੋਂ ਵੱਡੇ ਸਥਾਨਾਂ ਦੇ ਵਿੱਚੋਂ ਇੱਕ ਵੱਡਾ ਸਥਾਨ ਹੈ। ਜਿਵੇਂ ਮੁਸਲਮਾਨਾਂ ਦੇ ਵਿੱਚ ਮੱਕਾ ਹੈ ਨਾ, ਹਿੰਦੂਆਂ ਦੇ ਵਿੱਚ ਗੰਗਾ, ਹਰਿਦੁਆਰ ਅਤੇ ਬਨਾਰਸ, ਗੰਗ ਬਨਾਰਸ ਹਿੰਦੂਆਂ। ਇਹ ਜਗਨਨਾਥਪੁਰੀ ਇਤਿਆਦਿਕ, ਗਿਆ ਬੋਧ ਇਤਿਆਦਿਕ ਇਹ ਸਥਾਨ ਬੜੇ ਇਹਨਾਂ ਦੇ ਅਹਿਮੀਅਤ ਰੱਖਦੇ ਹਨ। ਅਤੇ ਮੁਸਲਮਾਨਾਂ ਦੇ ਵਿੱਚ ਮੱਕਾ ਕਾਬਾ ਬਹੁਤ ਅਹਿਮੀਅਤ ਰੱਖਦਾ। ਗੁਰੂ ਨਾਨਕ ਦੇਵ ਜੀ ਨੇ ਉੱਥੇ ਵੀ ਕੌਤਕ ਕੀਤਾ। ਉੱਥੇ ਵੀ ਜਦੋਂ ਜਾ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ,
ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ। ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਹੋਏ ਪਿਆ ਵਜਗਾਰੀ। ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ। ਭਾਈ ਗੁਰਦਾਸ ਜੀ ਲਿਖਦੇ ਆਪਣੀਆਂ ਵਾਰਾਂ ਵਿੱਚ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਮੱਕੇ ਪਹੁੰਚੇ ਆ, ਰਾਤ ਨੂੰ ਲੇਟੇ ਆ ਮਹਿਰਾਬੇ ਵੱਲ, ਮੱਕੇ ਕਾਬੇ ਵੱਲ ਮਹਾਰਾਜ ਜੀ ਦੇ ਪਾਵਨ ਚਰਨ ਹੋ ਜਾਂਦੇ ਹਨ। ਉੱਥੇ ਦਾ ਇੱਕ ਮੌਲਵੀ ਕਾਜੀ ਬੜੇ ਗੁੱਸੇ ਵਿੱਚ ਆਉਂਦਾ ਹੈ ਅਤੇ ਮਹਾਰਾਜ ਜੀ ਨੂੰ, ਗੁਰੂ ਨਾਨਕ ਦੇਵ ਜੀ ਨੂੰ ਬੜੇ ਕਰੜੇ ਸਖਤ ਸ਼ਬਦ ਬੋਲਦਾ ਹੈ ਅਤੇ ਆਖਦਾ ਹੈ ਤੁਸੀਂ ਰੱਬ ਦੇ ਘਰ ਵੱਲ ਚਰਨ ਕੀਤੇ। ਮਹਾਰਾਜ ਨੇ ਉੱਥੇ ਕੌਤਕ ਵਰਤਾਇਆ ਅਤੇ ਉੱਥੇ ਉਹਨਾਂ ਨੂੰ ਦੱਸਿਆ ਵੀ ਇਹ ਐਸੀ ਜਗ੍ਹਾ ਦੱਸ ਦਿਓ ਕਿੱਥੇ, ਜਿਹੜੀ ਜਗ੍ਹਾ 'ਤੇ ਖੁਦਾ ਨਹੀਂ ਹੈ, ਉਹ ਕੋਈ ਟਿਕਾਣਾ ਦੱਸ ਦਿਓ, ਖੁਦਾ ਦਾ ਘਰ ਨਹੀਂ। ਮੱਕਾ ਘੁਮਾ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਉਹ ਸਾਰੀ ਖੇਡ ਵਰਤਾਈ ਹੈ। ਔਰ ਉੱਥੋਂ ਦੇ ਗ੍ਰੰਥਾਂ ਵਿੱਚ, ਮੁਸਲਮਾਨ ਵਿਦਵਾਨਾਂ ਦੀਆਂ ਡਾਇਰੀਆਂ ਦੇ ਵਿੱਚ, ਮੱਕੇ ਦੀ ਲਾਇਬ੍ਰੇਰੀ ਦੇ ਵਿੱਚ ਇੱਕ ਪੁਸਤਕ ਪਈ ਜੋ ਬਾਅਦ ਵਿੱਚ ਇੱਕ ਪਹਿਲਾ ਮੁਸਲਮਾਨ ਸੀ ਮੱਕੇ ਦੇ ਵਿੱਚ, ਉਹਦਾ ਪਿਤਾ ਕਾਜੀ, ਉਹਦਾ ਪੁੱਤਰ ਉਹ ਡਾਇਰੀ ਪੜ੍ਹ ਕੇ ਗੁਰੂ ਨਾਨਕ ਦੇ ਘਰ ਦਾ ਸਿੱਖ ਹੋ ਗਿਆ, ਅੰਮ੍ਰਿਤ ਛਕਿਆ। ਉਹਨੇ ਫਿਰ ਬਾਅਦ ਵਿੱਚ ਉਹ ਸਾਰੀ ਡਾਇਰੀ ਪਹਿਲਾਂ ਪੜ੍ਹੀ ਵੀ ਸੀ, ਉਹਨੇ ਫਿਰ ਦੱਸਿਆ ਵੀ ਹਾਂ ਇਹ ਗੱਲ ਛੁਪਾਈ ਜਾਂਦੀ ਹੈ ਪਰ ਸੱਚਾਈ ਹੈ ਕਿ ਉੱਥੇ ਦੀ ਲਾਇਬ੍ਰੇਰੀ ਦੇ ਵਿੱਚ ਵੀ ਪੁਸਤਕ ਐਸੀ ਪਈ ਜਿਹਦੇ ਵਿੱਚ ਲਿਖਿਆ ਹੈ ਕਿ ਇੱਕ ਪੀਰ ਆਇਆ, ਇੱਕ ਐਸਾ ਪੈਗੰਬਰ ਆਇਆ, ਇੱਕ ਐਸਾ ਵਲੀ ਅੱਲਾ ਆਇਆ ਜਿਹਦੇ ਚਰਨਾਂ ਦੇ ਨਾਲ ਮੱਕਾ ਸ਼ਰੀਫ ਵੀ ਘੁੰਮ ਗਿਆ। ਔਰ ਕਿਤਾਬ ਲਿਖੀ ਮਿਲਦੀ ਔਰ ਮੇਰੇ ਕੋਲ ਵੀ ਹੈ, ਹੁਣ ਵੀ ਮਿਲਦੀਆਂ ਨੇ। ਤਾਂ ਇਸ ਤਰੀਕੇ ਸਾਧ ਸੰਗਤ ਗੁਰੂ ਨਾਨਕ ਦੇਵ ਜੀ ਨੇ ਉੱਥੇ ਕੌਤਕ ਵਰਤਾ ਕੇ ਉਹਨਾਂ ਮੌਲਵੀ ਮੌਲਾਨਿਆਂ ਦਾ ਭਰਮ ਕੱਢਿਆ। ਇੱਦਾਂ ਹੀ ਜਦ ਜਗਨਨਾਥਪੁਰੀ ਗੁਰੂ ਨਾਨਕ ਦੇਵ ਮਹਾਰਾਜ ਗਏ ਹਨ, ਉੱਥੇ ਵੀ ਪਾਂਡੇ ਪੰਡਤ ਬ੍ਰਾਹਮਣ, ਉਹਨਾਂ ਨੇ ਮੰਦਰ ਸੀ ਬਹੁਤ ਵੱਡਾ। ਉੱਥੇ ਮੰਦਰ ਦੇ ਵਿੱਚ ਆਰਤੀ ਹੁੰਦੀ ਸੀ ਸਾਧ ਸੰਗਤ, ਸ਼ਾਮਾਂ ਦੇ ਵੇਲੇ ਆਰਤੀ ਹੁੰਦੀ ਕਿ ਇੱਕ ਥਾਲ ਲੈਣਾ, ਉਹਦੇ ਵਿੱਚ ਦੀਵੇ ਬਾਲਣੇ, 1 ਤੋਂ ਲੈ ਕੇ 100 ਤੱਕ ਦੀਵੇ ਬਾਲ ਸਕਦੇ ਆ। ਹਿੰਦੂ ਧਰਮ ਦੇ ਜਿਹੜੇ ਰੀਤੀ ਰਿਵਾਜ ਹੈ ਨਾ, ਉਹਦੇ ਵਿੱਚ 1 ਤੋਂ ਲੈ ਕੇ 100 ਦੀਵੇ ਬਾਲ ਸਕਦੇ ਆ। ਦੀਵੇ ਬਾਲ ਕੇ ਫਿਰ ਉਹ ਕੋਈ ਵੀ ਮੰਤਰ ਹੈ ਜਿਹੜੇ ਆਰਤੀ ਦੇ ਸ਼ਬਦ ਸ਼ੁਰੂ ਕਰ ਦਿੰਦੇ ਆ। ਫਿਰ ਉਹ ਦੀਵਿਆਂ ਵਾਲੇ ਥਾਲ ਨੂੰ 4 ਵਾਰੀ ਪੈਰਾਂ 'ਤੇ ਘੁਮਾਉਂਦੇ ਆ, 2 ਵਾਰੀ ਨਾਭੀ 'ਤੇ ਘੁਮਾਉਂਦੇ ਆ, 1 ਵਾਰੀ ਚਿਹਰੇ 'ਤੇ ਘੁਮਾਉਂਦੇ ਆ। ਇਸ ਤਰੀਕੇ 7 ਵਾਰ ਹੋ ਗਿਆ, 4 2 6 1 7। ਫਿਰ ਪੂਰੇ ਸਰੀਰ ਉੱਤੇ 7 ਵਾਰੀ ਘੁਮਾਉਂਦੇ ਆ ਪੂਰਾ ਕਰਕੇ। ਇਸ ਤਰੀਕੇ ਦੀਵੇ ਬਾਲ ਕੇ ਫਿਰ ਉਹ ਆਰਤੀ ਕਰਦੇ ਆ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦ ਦੇਖਿਆ ਉਹ ਵੱਡੀ ਜੀ ਮੂਰਤੀ ਲੱਗੀ ਹੈ ਜਗਨਨਾਥ ਜੀ ਦੀ, ਅਤੇ ਮੂਰਤੀ ਦਾ ਹੀ ਨਾਮ ਉਹਨਾਂ ਨੇ ਜਗਨਨਾਥ ਰੱਖਿਆ, ਜਾਣੀ ਜਗਤ ਦਾ ਨਾਥ ਮਾਲਕ ਪਰਮਾਤਮਾ ਹੀ ਹੈ ਨਾ, ਰੱਬ ਹੈ। ਉਹ ਵੀ ਇਹੀ ਕਲਪਿਤ ਕਰੀ ਬੈਠੇ ਸੀ ਵੀ ਜਗਤ ਦਾ ਨਾਥ ਹੈ ਜਿਹੜਾ ਰੱਬਿਲ ਆਲਮੀ ਹੈ, ਜੋ ਸਭ ਦੁਨੀਆ ਦਾ ਮਾਲਕ ਹੈ, ਆ ਬਿਲਕੁਲ ਛੋਟੀ ਜੀ 4 ਦੀਵਾਰੀ 'ਚ ਕੈਦ ਹੋਇਆ ਬੈਠਾ, ਬਸ ਇੱਥੇ ਹੀ ਹੈ। ਉੱਥੇ ਦੇ ਪਾਂਡਿਆਂ ਦਾ ਤਾਂ ਕੁਝ ਹੋਰ ਮੰਨਣਾ। ਪਿਛਲੇ ਦਿਨੀ ਮੈਂ ਇੱਕ ਅਖਬਾਰ ਵਿੱਚ ਪੜ੍ਹ ਰਿਹਾ ਸੀ, ਉਹ ਨੋਟ ਮੇਰੇ ਕੋਲ ਹੁਣ ਵੀ ਸਾਂਭਿਆ ਪਿਆ ਹੈ। ਮੈਂ ਆਪਣੀ ਵੈਬਸਾਈਟ ਦੇ ਉੱਤੇ ਅਤੇ ਪੇਜ ਦੇ ਉੱਤੇ ਸਾਂਝਾ ਵੀ ਕਰਾਂਗਾ, ਕਿਉਂਕਿ ਇਹ ਜਿਹੇ ਜਿਹੜੇ ਹੁੰਦੇ ਨਾ ਕੋਈ ਦਸਤਾਵੇਜ਼, ਇਹ ਕਥਾ ਕਈ ਸਾਲ ਚੱਲਦੀ ਹੈ, ਫਿਰ ਜਦੋਂ ਰਹਿੰਦੀ ਹੈ ਨਾ, ਫਿਰ ਕਈ ਬੰਦੇ ਟਾਈਮ 'ਤੇ ਨਹੀਂ ਪੁੱਛਦੇ, 2-4 ਸਾਲਾਂ ਬਾਅਦ ਪੁੱਛ ਲੈਂਦੇ ਜੀ ਉਹ ਜਿਹੜੀ ਤੁਸੀਂ ਅਖਬਾਰ ਦੀ ਗੱਲ ਕਰਦੇ ਸੀ ਦਿਖਾ ਸਕਦੇ, ਹੁਣ ਇੰਨੇ ਕਿਹੜਾ ਸਾਂਭ ਕੇ ਰੱਖਦਾ ਕੋਈ। ਇਸ ਕਰਕੇ ਉਹਨਾਂ ਨੂੰ ਸਾਈਟ ਦੇ ਉੱਤੇ ਜਾਂ ਪੇਜ ਦੇ ਉੱਤੇ ਸ਼ੇਅਰ ਕਰ ਦਿੱਤਾ ਜਾਂਦਾ ਹੈ, ਤਾਂ ਕਿ ਜੇ ਕੋਈ ਖੋਜੀ ਬਿਰਤੀ ਵਾਲਾ ਹੋਵੇ, ਜਿਸ ਡੇਟ ਦੀ ਕਥਾ ਪਾਈ ਜਾਵੇ ਉਸ ਤਰੀਕੇ ਦੇ ਨਾਲ ਉਹ ਵੀ ਲੱਭ ਲਵੇ, ਉਹ ਵੀ ਲੱਭ ਪਏਗੀ। ਮੈਂ ਕਰ ਦੇਵਾਂਗਾ ਸਾਂਝਾ। ਉਹਦੇ ਵਿੱਚ ਅਖਬਾਰ ਵਿੱਚ ਮੈਂ ਪੜ੍ਹਿਆ ਸੀ, ਉੱਥੇ ਦੇ ਕਹਿੰਦੇ ਜਿਹੜੇ ਜਗਨਨਾਥਪੁਰੀ ਦੇ ਵਿੱਚ ਜੋ ਉੱਥੇ ਲਿਖਤਾਂ ਹਨ ਪੁਰਾਣੀਆਂ, ਉਹਦੇ ਵਿੱਚ ਇਹ ਤਾਂ ਐਸੀ ਸਾਖੀ ਮਿਲਦੀ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ
ਉਹਨਾਂ ਪਾਂਡਿਆਂ ਨੇ ਮੰਦਰ ਵਿੱਚ ਪ੍ਰਵੇਸ਼ ਤੋਂ ਇਨਕਾਰ ਕਰ ਦਿੱਤਾ ਕਿ ਤੁਹਾਡੇ ਨਾਲ ਇੱਕ ਸ਼ੂਦਰ ਭਾਈ ਮਰਦਾਨਾ ਹੈ, ਨਾਲ ਮਰਾਸੀ ਕਹਿੰਦੇ ਸਨ, ਤੁਹਾਨੂੰ ਇਹਦੇ ਵਿੱਚ ਵੜ ਨਹੀਂ ਦਿੱਤਾ ਜਾਏਗਾ। ਗੁਰੂ ਨਾਨਕ ਸਾਹਿਬ ਸਨ ਨਾਲ, ਉਹਨਾਂ ਦੇ ਲਿਖਤ ਅਨੁਸਾਰ ਤਾਂ ਇਹ ਹੈ ਕਿ ਕੋਈ 14 ਕੁ ਅਨੁਆਈ ਸ਼ਰਧਾਲੂ ਹੋਰ ਵੀ ਸਨ, ਔਰ ਐਸਾ ਹੈ ਵੀ ਗੁਰੂ ਨਾਨਕ ਦੇਵ ਜੀ ਦੇ ਨਾਲ ਕਈ ਸਾਰੇ ਸਾਧੂ ਸੰਤ ਰਹਿੰਦੇ ਸਨ। ਮੰਦਰ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ। ਮਹਾਰਾਜ ਜੀ ਨੇ ਬਾਹਰਲੇ ਪਾਸੇ ਇੱਕ ਗੁਰਦੁਆਰਾ ਬਣਿਆ ਹੋਇਆ, ਹੁਣ ਤਾਂ ਸ਼ਾਇਦ ਹੈ, ਪਤਾ ਨਹੀਂ ਹੈ ਉੱਥੇ, ਕਿਉਂਕਿ ਇਸ ਤਰ੍ਹਾਂ ਦੀ ਵੀ ਮੁਹਿੰਮ ਇਸ ਦੇਸ਼ ਵਿੱਚ ਚੱਲ ਰਹੀ ਹੈ ਕਿ ਇੱਕੋ ਹੀ ਬੋਲੀ, ਇੱਕੋ ਹੀ ਰੰਗ, ਇੱਕੋ ਹੀ ਧਰਮ, ਇੱਕੋ ਹੀ ਭਾਸ਼ਾ, ਇੱਕੋ ਹੀ ਲੋਕ, ਇੱਦਾਂ ਦੀਆਂ ਗੱਲਾਂ ਇਸ ਦੇਸ਼ ਵਿੱਚ ਹੁਣ ਵਿਚਾਰਾਂ ਹਾਵੀ ਹੋ ਰਹੀਆਂ ਨੇ, ਜੋ ਇਸ ਲੋਕਤੰਤਰਿਕ, ਇਸ ਕਹਿ ਲਓ ਸਿਧਾਂਤ ਦੀਆਂ, ਇਸ ਦੇਸ਼ ਦੀਆਂ ਸਭ ਤੋਂ ਵੱਡੀਆਂ ਦੁਸ਼ਮਣ ਨੇ। ਇਹ ਗੱਲਾਂ ਪਰ ਐਸੀਆਂ ਹੋਣੀਆਂ ਨਹੀਂ ਚਾਹੀਦੀਆਂ, ਪਰ ਹੋ ਰਹੀਆਂ ਨੇ। ਹਿਫਾਜ਼ਤ ਵਿੱਚ ਨਹੀਂ ਸਾਡੇ ਸਥਾਨ, ਧਾਰਮਿਕ ਸਥਾਨ। ਐਸਾ ਹੀ ਹੋਇਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਹਰ ਜਾ ਕੇ ਫਿਰ ਉੱਥੇ ਪਾਵਨ ਬਾਣੀ ਦਾ ਸ਼ਬਦ ਉਚਾਰਨ ਕੀਤਾ। ਇਹ ਸ਼ਬਦ ਕਹਿੰਦੇ ਉਹਨਾਂ ਨੇ ਫਿਰ ਅੱਗੇ ਪਾਂਡਿਆਂ ਨੇ ਹੁਣ ਅੱਗੇ ਹੋਰ ਘੜ ਲਈ ਇੱਕ ਗੱਲ ਉਹਦੇ ਵਿੱਚੋਂ ਕਿ ਰਾਤ ਨੂੰ ਰਾਜੇ ਨੂੰ ਸੁਪਨਾ ਆਇਆ, ਜਿਹੜਾ ਉੱਥੇ ਦਾ ਰਾਜਾ ਸੀ, ਰਾਜੇ ਨੂੰ ਸੁਪਨਾ ਆਇਆ। ਉਹਨੇ ਆਖਿਆ, ਸੁਪਨੇ ਵਿੱਚ ਜਗਨਨਾਥ ਨੇ ਦਰਸ਼ਨ ਦਿੱਤੇ ਉਹਨੂੰ ਮੂਰਤੀ ਵਿੱਚ, ਫਿਰ ਉਹਨਾਂ ਸ਼ਕਤੀ ਦਿਖਾਈ। ਉਹਨਾਂ ਆਖਿਆ ਕਿ ਮੰਦਰ ਦੀ ਆਰਤੀ ਬੰਦ ਕਰਾ ਦਿਓ, ਅਸੀਂ ਤਾਂ ਜਿਹੜੀ ਬਾਹਰ ਬਾਣੀ ਦੇ ਸ਼ਬਦ ਪੜ੍ਹਦੇ ਗੁਰੂ ਨਾਨਕ ਦੇਵ ਮਹਾਰਾਜ, ਅਸੀਂ ਤਾਂ ਉਹਨਾਂ ਦੇ ਸ਼ਬਦ ਸੁਣਨ ਜਾਂਦੇ ਹਾਂ, ਤੁਹਾਡੀ ਮੰਦਰ ਦੀ ਆਰਤੀ ਸਾਨੂੰ ਪਸੰਦ ਨਹੀਂ। ਐਸਾ ਉਹਨਾਂ ਦੇ ਲਿਖਿਆ ਮਿਲਦਾ, ਮੈਂ ਅਖਬਾਰ 'ਚ ਪੜ੍ਹਿਆ ਸੀ। ਪਰ ਜੋ ਇਤਿਹਾਸਕ ਘਟਨਾ ਸਾਡੇ ਧਾਰਮਿਕ ਸਭ ਤੋਂ ਪਵਿੱਤਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੀ ਹੈ, ਉਹ ਇਹ ਹੈ ਕਿ ਪਾਂਡਿਆਂ ਨੇ ਇਹ ਕਲਪਿਤ ਕਰ ਲਿਆ ਸੀ ਕਿ ਜੋ ਜਗਨਨਾਥ ਹੈ, ਜੋ ਜਗਤ ਦਾ ਨਾਥ ਵਾਹਿਗੁਰੂ ਰੱਬ ਹੈ, ਉਹ ਇੱਕ ਮੰਦਰ 'ਚ ਵਸਦਾ ਹੈ ਅਤੇ ਉਹਨੂੰ ਆਰਤੀਆਂ ਦੀਵੇ ਬਾਲ ਕੇ ਖੁਸ਼ ਕਰਨਾ ਪੈਂਦਾ ਹੈ। ਜਿਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਉੱਥੇ ਗਏ ਅਤੇ ਉਹ ਸਾਰੇ ਦੇ ਸਾਰਿਆਂ ਨੇ ਦੀਵੇ ਬਾਲੇ ਹੋਏ, ਆਰਤੀਆਂ ਕਰਨ ਲੱਗੇ, ਟੱਲ ਖੜਕਾਉਣ ਲੱਗੇ ਹੋਏ ਸਨ, ਧੂਫਾਂ ਦੇਣ ਲੱਗੇ ਹੋਏ ਸਨ, ਚੌਰ ਕਰਨ ਲੱਗੇ ਹੋਏ ਸਨ। ਅਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਨੇ ਜਦੋਂ ਜਾ ਕੇ ਦੇਖਿਆ, ਖੜ੍ਹੇ ਹੋ ਕੇ ਆਰਤੀ ਕਰਦੇ ਸਨ, ਗੁਰੂ ਮਹਾਰਾਜ ਜੀ ਚੌਂਕੜਾ ਮਾਰ ਕੇ ਬੈਠੇ ਰਹੇ। ਜਦੋਂ ਚੌਂਕੜਾ ਮਾਰ ਕੇ ਬੈਠੇ ਰਹੇ ਤਾਂ ਸੁਭਾਵਿਕ ਹੀ ਪਾਂਡਿਆਂ ਨੇ ਆਰਤੀ ਵੱਲ ਘੱਟ ਧਿਆਨ ਗਿਆ, ਗੁਰੂ ਨਾਨਕ ਜੀ ਵੱਲ ਵਾਰ-ਵਾਰ ਜਾਵੇ ਧਿਆਨ। ਅਤੇ ਇਕੱਠੇ ਹੋ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਕੋਲ ਆ ਗਏ। ਕਹਿੰਦੇ, ਤੁਸੀਂ ਤੇ ਦੁਨੀਆ ਦੇ ਲੋਕਾਂ ਨੂੰ ਮਰਿਆਦਾ ਦੱਸਦੇ ਹੋ, ਧਰਮ ਦਾ ਰਸਤਾ ਦੱਸਦੇ ਹੋ, ਤੁਸੀਂ ਇਹ ਮਰਿਆਦਾ ਤੋਂ ਖਿਲਾਫ ਕੰਮ ਕੀ ਕਰ ਦਿੱਤਾ? ਮਹਾਰਾਜ ਕਹਿੰਦੇ, ਕੀ ਮਰਿਆਦਾ ਭੰਗ ਕਰ ਦਿੱਤੀ? ਕਹਿੰਦੇ, ਜੀ ਤੁਸੀਂ ਤੇ ਆਰਤੀ ਵਿੱਚ ਨਹੀਂ ਖੜ੍ਹੇ ਹੋਏ। ਮਹਾਰਾਜ ਕਹਿੰਦੇ, ਮੈਂ ਤਾਂ ਆਰਤੀ ਕਰਦਾ ਰੋਜ਼, ਆਰਤੀ ਦੇ ਵਿੱਚ ਹਰ ਵਕਤ ਰਹਿਣਾ, ਆਰਤੀ ਤਾਂ ਹੋ ਰਹੀ ਹੈ। ਕਹਿੰਦੇ, ਅਸੀਂ ਤਾਂ ਦੇਖਿਆ ਨਹੀਂ ਤੁਹਾਨੂੰ ਆਰਤੀ। ਮਹਾਰਾਜ ਕਹਿੰਦੇ, ਆਰਤੀ ਹੈ ਪੰਡਤੋ, ਬ੍ਰਾਹਮਣੋ, ਵਿਦਵਾਨੋ, ਆਰਤੀ ਹੋ ਰਹੀ ਹੈ। ਫਿਰ ਉਹਨਾਂ ਆਖਿਆ, ਮਹਾਰਾਜ ਤੁਸੀਂ ਕਿਸ ਤਰ੍ਹਾਂ ਦੀ ਆਰਤੀ ਦੀ ਗੱਲ ਕਰਦੇ? ਕੋਈ ਥਾਲੀ ਨਹੀਂ ਤੁਸੀਂ ਫੜੀ ਹੋਈ, ਕੋਈ ਦੀਵੇ ਨਹੀਂ ਬਾਲੇ ਹੋਏ, ਉਹ ਕਿਸ ਤਰ੍ਹਾਂ ਦੀ ਆਰਤੀ ਹੈ ਤੁਹਾਡੀ? ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਤੁਹਾਡਾ ਇੱਕ ਵਿਚਾਰ ਜੋ ਹੈ ਗੁਰੂ ਜੀ ਕਹਿੰਦੇ ਉਹਦੇ ਨਾਲ ਮੈਂ ਸਹਿਮਤ ਨਹੀਂ। ਕਹਿੰਦੇ, ਜੀ ਕਿਹੜਾ? ਗੁਰੂ ਜੀ ਕਹਿੰਦੇ, ਜਿਹੜੀ ਤੁਸੀਂ ਆਰਤੀ ਕਰਦੇ ਦੀਵੇ ਬਾਲ ਕੇ, ਜੇ ਤਾਂ ਤੁਸੀਂ ਇਹ ਕਹੋ ਕਿ ਅਸੀਂ ਇਸ ਦੇਵਤੇ ਦੀ ਜਾਂ ਕਿਸੇ ਵੀ ਜਿਸ ਦੀ ਵੀ ਦੇਵਤੇ ਦੇ ਨਾਂ ਦੀ ਮੂਰਤੀ ਆ, ਉਸ ਮੂਰਤੀ ਦੀ ਅਸੀਂ ਆਰਤੀ ਕਰਦੇ ਹਾਂ, ਤਾਂ ਗੱਲ ਮੰਨੀ ਜਾ ਸਕਦੀ ਹੈ। ਕਿਸੇ ਬੰਦੇ ਦੀ, ਕਿਸੇ ਦੇਵਤੇ ਦੀ, ਕਿਸੇ ਇਸ਼ਟ ਦੀ ਆਰਤੀ ਕੀਤੀ ਜਾ ਸਕਦੀ ਹੈ। ਧਿਆਨ ਦਿਓ, ਇਹ ਨੁਕਤਾ ਥੋੜ੍ਹਾ ਜਿਹਾ ਸਮਝਣ ਵਾਲਾ। ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ। ਧਾਰਮਿਕ ਆਜ਼ਾਦੀ ਆ, ਕਿਸੇ ਬੰਦੇ ਦੀ ਆਪਣੀ ਆਸਥਾ ਜੁੜੀ ਹੋਈ ਆਰਤੀ ਕੀਤੀ ਜਾ ਸਕਦੀ। ਰਾਜਿਆਂ ਮਹਾਰਾਜਿਆਂ ਦੀਆਂ ਵੀ ਆਰਤੀਆਂ ਹੁੰਦੀਆਂ ਸਨ ਪਹਿਲਾਂ। ਪਰ ਜੇ ਤੁਸੀਂ ਆਰਤੀ ਵੀ ਕਰੋ ਅਤੇ ਨਾਲ ਆਖੋ ਅਸੀਂ ਆਰਤੀ ਉਹਦੀ ਕਰ ਰਹੇ ਹਾਂ ਜਿਹੜਾ ਸਾਰੀ ਦੁਨੀਆ 'ਚ ਵਿਆਪਕ ਹੈ, ਜਗਤ ਦਾ ਮਾਲਕ ਹੈ, ਜਗਤਨਾਥ ਹੈ, ਫਿਰ ਗਲਤ ਗੱਲ ਹੋ ਜਾਏਗੀ। ਹਾਂ, ਮੂਰਤੀ ਦੀ ਆਰਤੀ ਕਰ ਰਹੇ ਹੋ ਤਾਂ ਤੁਸੀਂ ਕਹਿ ਸਕਦੇ ਹੋ ਮੂਰਤੀ ਦੀ ਹੋ ਸਕਦੀ, ਤੁਸੀਂ ਤੁਹਾਡੇ ਮਤ ਅਨੁਸਾਰ ਕੀਤੀ ਜਾ ਸਕਦੀ। ਪਰ ਤੁਸੀਂ ਉੱਥੇ ਇਹ ਕਹੋ ਕਿ ਅਸੀਂ ਆਰਤੀ ਮੂਰਤੀ ਦੀ ਕਰ ਰਹੇ ਹਾਂ, ਅਸੀਂ ਆਪਣੇ ਦੇਵ ਦੀ
ਆਰਤੀ ਦੇਵਤੇ ਦੀ ਕਰ ਰਹੇ ਹਾਂ, ਪਰ ਇਹ ਗੱਲ ਕਹਿਣੀ ਜਗਤ ਦੇ ਨਾਥ ਮਾਲਕ ਰੱਬ ਦੀ ਆਰਤੀ ਕਰ ਰਹੇ, ਉਹਦੀ ਆਰਤੀ ਆ ਤੁਹਾਡੇ ਛੋਟੇ ਜਿਹੇ ਥਾਲ ਤੋਂ ਨਹੀਂ ਹੋ ਸਕਦੀ, ਫਿਰ ਉਹ ਬਹੁਤ ਵੱਡਾ। ਕਹਿੰਦੇ ਗੱਲ ਤਾਂ ਠੀਕ ਹੈ ਜੀ, ਫਿਰ ਤੁਸੀਂ ਦੱਸੋ ਕਿ ਉਹਦੀ ਆਰਤੀ ਕਿਵੇਂ ਹੋ ਸਕਦੀ ਹੈ। ਫਿਰ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਾਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਫੇਰੀ। ਇਹ ਸ਼ਬਦ ਉਚਾਰਿਆ ਜਿਹਦੇ ਭਾਵ ਹਨ। ਹੁਣ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ ਗਗਨ ਮੈਂ ਥਾਲ, ਕਹਿੰਦੇ ਉਹ ਜਿਸ ਵੱਡੇ ਰੱਬ ਦੀ ਮੈਂ ਗੱਲ ਕਰ ਰਿਹਾ, ਜਿਹਦਾ ਨਾਮ ਤੁਸੀਂ ਲੈ ਰਹੇ ਹੋ, ਕਹਿ ਤੁਸੀਂ ਉਹਦੇ ਬਾਰੇ ਰਹੇ ਹੋ, ਕਰ ਕੁਛ ਹੋਰ ਰਹੇ ਹੋ। ਜੇ ਉਸ ਰੱਬ ਦੀ ਗੱਲ ਕਰੀਏ ਜੋ ਸਰਬ ਵਿਆਪਕ ਹੈ, ਮਹਾਰਾਜ ਕਹਿੰਦੇ ਉਹਦੀ ਆਰਤੀ ਫਿਰ ਆ ਛੋਟਾ ਜਿਹਾ ਥਾਲ ਨਹੀਂ, ਆ ਗਗਨ, ਆ ਅਸਮਾਨ ਜਿੱਡਾ ਵੱਡਾ ਨਾ, ਇਹ ਸਮਝੋ ਇਹ ਅਸਮਾਨ ਹੀ ਥਾਲ ਹੈ ਉਹਦਾ, ਕਿੱਡਾ ਵੱਡਾ। ਤੇ ਦੀਵੇ ਉਹ ਕਹਿੰਦੇ ਜੀ ਅੱਛਾ, ਜੇ ਐਡੇ ਵੱਡੇ ਆਸਮਾਨ ਨੂੰ ਥਾਲ ਮੰਨ ਲਿਆ ਜਾਏ ਤੇ ਫਿਰ ਦੀਵੇ ਕਿੱਥੋਂ ਲਿਆਉਂਗੇ। ਗੁਰੂ ਨਾਨਕ ਦੇਵ ਜੀ ਕਹਿੰਦੇ ਰਵ ਚੰਦ ਦੀਪਕ ਬਨੇ। ਰਵ ਕਹਿੰਦੇ ਸੂਰਜ ਨੂੰ, ਚੰਦ ਕਹਿੰਦੇ ਚੰਦਰਮਾ ਨੂੰ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆ ਜਿਹੜਾ ਦੀਵਾ ਤੁਸੀਂ ਬਾਲਦੇ ਪਾਂਡਿਓ, ਇਹ ਦੀਵੇ ਤਾਂ ਐਸੇ ਹੈ ਕਿ ਇਹਨਾਂ 'ਚ ਤੇਲ ਪਾਉਣਾ ਪੈਂਦਾ ਫਿਰ ਬਲਦੇ ਆ, ਪਰ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਚੰਦਰਮਾ ਅਤੇ ਸੂਰਜ ਅਹਿਨਿਸ ਦੀਵਾ ਵਲੈ ਥੱਕ, ਇਹ ਦਿਨ ਰਾਤ ਚੱਲੀ ਹੋ ਜਾਂਦੇ ਆ, ਨਾ ਦਿਨੇ ਨਾ ਰਾਤੀ ਬੁਝਦੇ ਹੀ ਨਹੀਂ, ਇਹ ਤਾਂ ਚੱਲੀ ਜਾਂਦੇ। ਸੂਰਜ ਤਾਂ ਨਹੀਂ, ਆਪਣੀ ਭਾਸ਼ਾ 'ਚ ਆਪਾਂ ਕਹਿ ਦਿੰਦੇ ਹਾਂ ਸੂਰਜ ਛਿਪ ਗਿਆ, ਉਂਝ ਸੂਰਜ ਤਾਂ ਨਹੀਂ ਛਿਪਦਾ ਹੁੰਦਾ, ਸੂਰਜ ਤਾਂ ਉੱਦਾਂ ਹੀ ਰਹਿੰਦਾ ਜਿੱਦਾਂ ਹੈ। ਇਹ ਤਾਂ 24 ਘੰਟੇ ਹੀ ਇੱਦਾਂ ਹੀ ਮਗਦਾ ਰਹਿੰਦਾ, ਇਹ ਨਹੀਂ ਛਿਪਦਾ। ਤਾਂ ਸਾਡੀ ਧਰਤੀ ਘੁੰਮ ਜਾਂਦੀ, ਉਹ ਪਾਸਾ ਆ ਜਾਂਦਾ, ਅਤੇ ਇਸ ਕਰਕੇ ਰਾਤ ਹੋ ਜਾਂਦੀ। ਅਤੇ ਜਿੱਥੇ ਧਰਤੀ ਨਹੀਂ ਸਾਹਮਣੇ ਆਉਂਦੀ ਉੱਥੇ 6-6 ਮਹੀਨੇ ਬੰਦ ਹੀ ਨਹੀਂ ਹੁੰਦਾ ਸੂਰਜ। ਬਥੇਰੇ ਇਸ ਤਰ੍ਹਾਂ ਦੇ ਤੁਹਾਨੂੰ ਪ੍ਰਮਾਣ, ਹੁਣ ਤਾਂ ਚਲੋ ਤੁਹਾਡੀ ਮੁੱਠੀ 'ਚ ਦੁਨੀਆ ਹੈ, ਥੇਲੀ 'ਤੇ ਸਭ ਕੁਝ ਹੈ, ਇੰਟਰਨੈਟ 'ਤੇ ਮਾਰ ਕੇ ਵੇਖੋ ਤਾਂ ਸਰਚ, ਕਿਹੜਾ ਐਸਾ ਦੇਸ਼ ਹੈ 6 ਮਹੀਨੇ ਜਿੱਥੇ ਦਿਨੇ ਰਹਿੰਦਾ ਅਤੇ 6 ਮਹੀਨੇ ਰਾਤ ਹੀ ਰਹਿੰਦੀ ਹੈ, ਐਸਾ ਹੈ। ਸੂਰਜ ਅਤੇ ਚੰਦਰਮਾ ਇਹ ਐਸੇ ਦੀਵੇ ਹੈ, ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਮੰਨੋ ਕਿ ਜਗਦੇ ਹੀ ਹੈ, ਉਹਦੇ ਆਸਮਾਨ ਰੂਪੀ ਥਾਲ ਦੇ ਵਿੱਚ ਕਹਿੰਦੇ ਚੰਦਰਮਾ ਅਤੇ ਸੂਰਜ ਰੂਪੀ 2 ਦੀਵੇ ਇਹ ਜਗ ਰਹੇ ਆ, ਮੱਚ ਰਹੇ ਆ ਉਹਦੀ ਆਰਤੀ ਕਰਨ ਦੇ ਲਈ। ਤਾਰਿਕਾ ਮੰਡਲ ਜਨਕ ਮੋਤੀ। ਐ ਪੰਡਤ ਜੀ ਤੁਸੀਂ ਉਹਦੀ ਆਰਤੀ ਕਰਨ ਦੇ ਲਈ ਥਾਲੀ ਦੇ ਵਿੱਚ ਮੋਤੀ ਰੱਖੇ ਹੋਏ ਆ ਸਜਾ ਕੇ। ਮਹਾਰਾਜ ਕਹਿੰਦੇ ਆਹ ਜਿਹੜੇ ਤੁਹਾਡੇ ਮੋਤੀ ਹੈ, ਇਹ ਮੋਤੀ ਤਾਂ ਕੁਛ ਕੀਮਤ ਦੇ ਨਹੀਂ। ਅਸਮਾਨ ਦੇ ਜਿੰਨੇ ਤਾਰੇ ਹੈ, ਜਿੰਨੇ ਨਛੱਤਰ ਹੈ, ਜਿੰਨੇ ਗ੍ਰਹਿ ਹੈ, ਜਿੰਨੇ ਅਸਮਾਨ ਵਿੱਚ ਟਿਮਟਿਮਾਉਂਦੇ ਤਾਰੇ ਹਨ, ਇਹ ਕਿਸੇ ਮੋਤੀਆਂ ਤੋਂ ਘੱਟ ਨੇ। ਗਿਣ ਲਓਗੇ ਕਿਸੇ ਰਾਜੇ ਦੇ ਖਜ਼ਾਨੇ 'ਚ ਇੰਨੇ ਮੋਤੀ ਹੋ ਸਕਦੇ ਆ? ਕਿਸੇ ਥਾਲ 'ਚ ਇਤਨੇ ਮੋਤੀ ਹੋ ਸਕਦੇ ਆ? ਕਿਸੇ ਮੋਤੀ ਦੀ ਕੀਮਤ ਕਿਸੇ ਇੱਕ ਤਾਰੇ ਤੋਂ ਵੱਧ ਹੋ ਸਕਦੀ ਆ? ਦੁਨੀਆ ਦੇ ਸਾਰੇ ਮੋਤੀ ਇਕੱਠੇ ਕਰ ਲਓ ਅਤੇ ਅਸਮਾਨ 'ਚ ਟਿਮਟਿਮਾਉਂਦੇ ਇੱਕ ਤਾਰੇ ਨੂੰ ਵੇਖ ਲਓ, ਉਹ ਤਾਰੇ ਦੀ ਕੀਮਤ ਦੁਨੀਆ ਦੇ ਸਾਰੇ ਮੋਤੀਆਂ ਤੋਂ ਕੀਮਤੀ ਹੈ। ਅਤੇ ਜਿੰਨੇ ਤਾਰੇ ਹੈ ਉਹ ਸਾਰੇ ਹੀ ਮੋਤੀਆਂ ਵਰਗੇ ਹੈ, ਅਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਮੋਤੀ ਹੈ। ਤਾਰਿਕਾ ਮੰਡਲ ਜਨਕ ਮੋਤੀ। ਤਾਰਿਆਂ ਦਾ ਮੰਡਲ, ਤਾਰਿਆਂ ਦੇ ਗ੍ਰਹਿ ਆ ਜਿਹੜੇ, ਇਹ ਜਨਕ ਜਾਨੋ
ਜਾਣੋ ਕਿ ਜਨਕ ਪਿਤਾ ਰੂਪ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦੇ ਲਈ ਇਹ ਮੋਤੀ ਅਰਪਣ ਕੀਤੇ ਹਨ ਪ੍ਰਕਿਰਤੀ ਨੇ। ਪੰਡਿਤ ਕਹਿੰਦੇ ਇਹ ਤਾਂ ਗੱਲ ਠੀਕ ਹੈ ਤੁਹਾਡੀ, ਮੰਨ ਲਈ। ਹੁਣ ਸਾਰੀ ਸਮੱਗਰੀ ਦੱਸੋ ਫਿਰ। ਅਸੀਂ ਤੇ ਧੂਫ ਵੀ ਦਿਖਾਉਂਦੇ ਹਾਂ, ਤੇ ਫਿਰ ਉਸ ਨੂੰ ਧੂਫ ਕੌਣ ਦੇ ਰਿਹਾ? ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆ ਜਿਹੜੀ ਧੂਫ ਬਾਲ ਕੇ ਤੁਸੀਂ ਉੱਤੇ ਆਰਤੀ ਕਰਦਿਆਂ ਹੋਇਆਂ ਤੇ ਮੂਰਤੀ ਦੇ ਕੋਲ ਨੱਕ ਜੇ ਦੇ ਕੋਲ ਨੂੰ ਲੈ ਕੇ ਜਾਂਦੇ, ਕਹਿੰਦੇ ਮੂਰਤੀ ਦੀ ਆਰਤੀ ਤੁਸੀਂ ਕਰਦੇ ਹੋ, ਕਰ ਸਕਦੇ ਹੋਣੇ ਆਪਣੀ ਜਾਨ 'ਚ, ਪਰ ਆ ਇੰਨੀ ਕੁ ਧੂਫ ਜੀ ਨਾਲ ਉਹਦੀ ਉੱਥੇ ਤੱਕ ਕਿਵੇਂ ਪਹੁੰਚਾ ਦੋਗੇ ਤੁਸੀਂ? ਉਹ ਜਿੱਡਾ ਵੱਡਾ ਉਹ ਆਪ ਹੈ, ਉੱਡਾ ਵੱਡਾ ਉਹਦਾ ਨੱਕ ਵੀ ਤਾਂ ਉੱਡਾ ਵੱਡਾ ਹੀ ਹੋਣਾ ਫਿਰ ਪਰਮਾਤਮਾ ਦਾ। ਕਹਿੰਦੇ ਇਹ ਤਾਂ ਗੱਲ ਹੈ ਜੀ। ਫਿਰ ਉਹਦੀ ਆਰਤੀ ਕਿਵੇਂ ਹੋ ਰਹੀ? ਮਹਾਰਾਜ ਕਹਿੰਦੇ ਧੂਪ ਮਲਾਨ ਲੋ। ਉਹਦੀ ਧੂਪ ਤੇ ਮਲਿਆਗਰ ਪਹਾੜ ਮੰਨਿਆ। ਇਹ ਦੱਖਣ ਵੱਲ ਜਾਂਦੇ ਜਦੋਂ, ਉੱਧਰ ਹੈ ਇਹ ਪਹਾੜ। ਚੇਤ ਦੇ ਮਹੀਨੇ ਜਦੋਂ ਸਾਧ ਸੰਗਤ ਬਾਂਸ ਆਪਸ ਵਿੱਚ ਖਹਿੰਦੇ ਆ ਨਾ, ਉਦੋਂ ਫਿਰ ਅਗਨੀ ਦੇ ਨਾਲ ਡੌਂ ਅਗਨੀ ਲੱਗਦੀ ਜਦ, ਅਤੇ ਫਿਰ ਉਹ ਦਾਵਾ ਅਗਨੀ ਦੇ ਨਾਲ ਜਿਹੜੇ ਚੰਦਨ ਦੇ ਬਾਗ ਹੈ ਨਾ, ਉਹਨਾਂ 'ਚ ਅੱਗ ਲੱਗ ਜਾਂਦੀ ਜੰਗਲਾਂ 'ਚ। ਅਤੇ ਜਦੋਂ ਉਹਨਾਂ 'ਚ ਅੱਗ ਲੱਗ ਜਾਂਦੀ ਹੈ, ਅਤੇ ਫਿਰ ਉਹ ਪੂਰੇ ਦੇ ਪੂਰੇ ਇਲਾਕੇ ਨੂੰ ਮਹਿਕਾਂ ਛੱਡਦੀ ਆ ਹਵਾ। ਜਦੋਂ ਚੰਦਨ ਸੜਦਾ ਇੰਨੀ ਖੁਸ਼ਬੂ ਹੁੰਦੀ ਹੈ ਕਿ ਜਿਹੜੇ ਵਿਦਵਾਨ ਹੈ, ਅਸੀਂ ਆਪਣੇ ਵੱਡੇ ਬਜ਼ੁਰਗ ਵਿਦਵਾਨ ਮਹਾਂਪੁਰਸ਼ ਵਿਦਿਆ ਦਾਤਿਆਂ ਤੋਂ ਸੁਣਿਆ, ਉਹਨਾਂ ਦਾ ਲਿਖਿਆ ਪੜ੍ਹਿਆ, ਉਹ ਦੱਸਦੇ ਹੈ, ਕਹਿੰਦੇ ਉਦੋਂ ਫਿਰ ਜਦੋਂ ਉਹ ਅੱਗ ਬਲਦੀ ਹੈ ਨਾ, ਇੰਨੀ ਖੁਸ਼ਬੂ ਹੁੰਦੀ ਕਿ ਕਈ ਸੌ ਮੀਲਾਂ ਦੇ ਵਿੱਚ ਖੁਸ਼ਬੂ ਠਾਲ ਦਿੰਦੀ ਹੈ। ਗੁਰੂ ਨਾਨਕ ਦੇਵ ਕਹਿੰਦੇ ਧੂਪ ਮਲਾਨ ਲੋ। ਮਲਿਆਗਰ ਪਹਾੜ ਦੇ ਵਿੱਚੋਂ ਜੋ ਲੋ ਹਵਾ ਵਗਦੀ ਹੈ ਜਾਂ ਅੱਗ ਆਉਂਦੀ ਹੈ, ਮਹਾਰਾਜ ਕਹਿੰਦੇ ਉਹ ਸਾਰੀ ਦੀ ਸਾਰੀ ਹਵਾ, ਉਹ ਜਿਹੜੀ ਧੂਫ ਹੋ ਰਹੀ, ਖੁਸ਼ਬੂ ਹੋ ਰਹੀ, ਉਹਨੂੰ ਤਾਂ ਜਾ ਰਹੀ ਆ, ਉਹਦੀ ਤਾਂ ਹੈ। ਜੇ ਹੋਰ ਗਹਿਰਾਈ 'ਚ ਦੇਖੀਏ, ਫੁੱਲਾਂ 'ਚ ਖੁਸ਼ਬੂ ਵੀ ਤਾਂ ਉਹਨੇ ਪਾਈ ਹੈ। ਚੰਦਨ ਦੇ ਵਿੱਚ ਖੁਸ਼ਬੂ, ਚੰਦਨ ਦੇ ਵਿੱਚ ਸੁਹੱਪਣ, ਚੰਦਨ ਦੇ ਵਿੱਚ ਠੰਡਕ, ਸ਼ੀਤਲਤਾ ਉਹਨੇ ਹੀ ਤਾਂ ਪ੍ਰਦਾਨ ਕੀਤੀ ਹੈ। ਫਿਰ ਉਹਦੀਆਂ ਚੀਜ਼ਾਂ ਨੇ, ਉਹਨੂੰ ਇਹ ਸਮਰਪਿਤ ਨੇ। ਧੂਪ ਮਲਾਨ ਲਓ। ਪਾਂਡੇ ਕਹਿਣ ਲੱਗੇ, ਕਹਿੰਦੇ ਮਹਾਰਾਜ ਫਿਰ ਅਸੀਂ ਤੇ ਚੌਰ ਵੀ ਕਰਦੇ ਹਾਂ ਮੂਰਤੀ ਨੂੰ, ਚੌਰ ਕਰਨਾ ਗਲਤ ਹੈ। ਮਹਾਰਾਜ ਕਹਿੰਦੇ ਚੌਰ ਕਰਨਾ, ਮੂਰਤੀ ਨੂੰ ਚੌਰ ਕਰਨਾ ਕਹਿ ਕੇ ਕਰ ਸਕਦੇ, ਪਰ ਜੇ ਇਹੀ ਗੱਲ ਆਖੋ ਕਿ ਨਿਰਗੁਣ ਪਰਮਾਤਮਾ ਵਾਹਿਗੁਰੂ ਦੇ ਅਸੀਂ ਚੌਰ ਕਰ ਰਹੇ, ਉਹਨੂੰ ਚੌਰ ਨਹੀਂ ਕਰ ਸਕਦੇ ਤੁਸੀਂ। ਕਹਿੰਦੇ ਜੀ ਕਿਵੇਂ? ਹੁਣ ਇੱਥੇ ਇੱਕ ਗੱਲ ਸਾਨੂੰ ਵੀ ਸਮਝਣ ਜੋਗੀ ਰਹੀ ਹੈ। ਕਈ ਸਾਡੇ ਬੰਦੇ ਵੀ ਇਹ ਸ਼ਬਦ ਦੀ ਟੇਕ ਲੈ ਕੇ ਸਾਧ ਸੰਗਤ ਗੁਰੂ ਘਰ ਦਾ, ਗੁਰੂ ਗ੍ਰੰਥ ਸਾਹਿਬ ਦੀ ਅਦਬ ਸਤਿਕਾਰ ਦਾ ਖੰਡਨ ਕਰਦੇ ਆ, ਮਿੰਟ ਲਾਉਂਦੇ ਆ। ਕਹਿੰਦੇ ਆ ਧੂਫ ਲਾਉਣ ਦੀ ਕੋਈ ਲੋੜ ਨਹੀਂ, ਕਿਉਂ ਬਾਣੀ 'ਚ ਲਿਖਿਆ ਧੂਫ ਮਲਾਨ ਲਓ। ਫਿਰ ਇੱਥੇ ਵੀ ਆਊਗੀ ਗੱਲ ਵੀ ਚੌਰ ਕਿਉਂ ਕਰਦੇ? ਜੇ ਮੂਰਤੀ ਦੇ ਚੌਰ ਕਰਨ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਆਖੀ, ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਕਰਦੇ? ਧਿਆਨ ਨਾਲ ਸਵਾਲ ਆਉਂਦਾ ਨਾ ਅੰਦਰ। ਸਮਝਣ ਵਾਲੀ ਗੱਲ ਹੈ, ਵਿਆਖਿਆ 'ਚ ਕਮੀ ਹੈ ਸਾਡੇ। ਗੁਰੂ ਨਾਨਕ ਸਾਹਿਬ ਨੇ ਨਹੀਂ ਆਖਿਆ ਆਪਣੀ ਮੂਰਤੀ ਨੂੰ ਚੌਰ ਨਾ ਕਰੋ ਜਾਂ ਕਿਸੇ ਵਿਅਕਤੀ ਨੂੰ ਨਾ ਕਰੋ। ਜਿਹੜੇ ਗੁਰਮੁਖ ਨੇ ਉਹਨਾਂ ਨੂੰ ਤੇ ਮਹਾਰਾਜ ਨੇ ਬਾਣੀ 'ਚ ਆਖਿਆ ਕੇਸਾਂ ਕਾ ਕਰ ਚਵਰ ਢੁਲਾਵਾਂ ਚਰਨ ਧੂੜ ਮੁਖ ਲਾਈ। ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਧੂਪ ਕਰਦੇ, ਨਮਸਕਾਰ ਕਰਦੇ, ਮੱਥਾ ਟੇਕਦੇ, ਚਵਰ ਕਰਦੇ, ਛਤਰ ਝੁਲਾਉਂਦੇ, ਉਹ ਅਸੀਂ ਆਪਣੇ ਗੁਰੂ ਨੂੰ ਪ੍ਰਗਟ ਗੁਰਾਂ ਕੀ ਦੇਹ ਕਰਕੇ ਮੰਨਦੇ ਹਾਂ। ਅਸੀਂ ਆਪਣੇ ਗੁਰੂ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਹੀ ਸਮਝਦੇ ਹਾਂ। ਅਸੀਂ ਉਹਨਾਂ ਨੂੰ ਵਿਸ਼ੇਸ਼ ਵਿਅਕਤੀ ਦੀ ਤਰ੍ਹਾਂ ਮੰਨਦੇ ਹਾਂ, ਅਤੇ ਜਦੋਂ ਅਸੀਂ ਉਹਨਾਂ ਨੂੰ ਪ੍ਰਗਟ ਗੁਰਾਂ ਕੀ ਦੇਹ ਕਰਕੇ ਮੰਨਦੇ ਹਾਂ, ਫਿਰ ਦੇਹ ਦੀ ਤਰ੍ਹਾਂ ਹੀ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਉਹਨਾਂ ਨੂੰ ਨਮਸਕਾਰ ਵੀ ਕਰਦੇ ਹਾਂ, ਉਹਨਾਂ ਅੱਗੇ ਅਰਦਾਸ ਬੇਨਤੀ ਵੀ ਕਰਦੇ ਹਾਂ, ਉਹਨਾਂ ਨੂੰ ਅਸੀਂ ਭੋਗ ਵੀ ਲਵਾਉਂਦੇ ਹਾਂ, ਔਰ ਉਹਨਾਂ ਅੱਗੇ ਅਸੀਂ ਭੇਟਾ ਵੀ ਰੱਖਦੇ ਹਾਂ,
ਔਰ ਉਹਨਾਂ ਦੇ ਅੱਗੇ ਅਸੀਂ ਉਹਨਾਂ ਨੂੰ ਸੋਹਣੇ ਵਸਤਰ ਵੀ ਦਿੰਦੇ ਹਾਂ। ਗਰਮੀ ਦੇ ਵਿੱਚ ਪੱਖਾ ਏਸੀ ਦਾ ਪ੍ਰਬੰਧ ਕਰਦੇ ਹਾਂ, ਔਰ ਸਰਦੀ ਦੇ ਵਿੱਚ ਮੋਟੇ ਕੰਬਲ ਅਸੀਂ ਮਹਾਰਾਜ ਜੀ ਦੇ ਲਈ ਭੇਟ ਕਰਦੇ ਹਾਂ। ਸਾਡੀ ਆਸਥਾ ਸ਼ਰਧਾ ਇਸ ਤਰ੍ਹਾਂ ਦੀ ਹੈ, ਔਰ ਉਸ ਆਸਥਾ ਸ਼ਰਧਾ ਦਾ ਹੀ ਹਿੱਸਾ ਇੱਕ ਚੌਰ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਉਸੇ ਤਰੀਕੇ ਚੌਰ ਕਰਦੇ ਹਾਂ। ਇਹ ਕਾਰਨ ਹੈ। ਅਤੇ ਜੇ ਅਸੀਂ ਨਿਰਗੁਣ ਦੀ ਗੱਲ ਕਰੀਏ, ਇਹ ਵੀ ਅਸੀਂ ਮੰਨਦੇ ਹਾਂ ਗੁਰੂ ਦੇ 3 ਰੂਪ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਚਨ ਹਨ, ਭਾਈ ਨੰਦ ਲਾਲ ਨੂੰ ਹੁਕਮ ਹੈ, 3 ਰੂਪ ਹੈ ਮੋਹਿ ਕੇ ਸੁਨੋ ਨੰਦ ਚਿਤ ਲਾਏ, ਸਰਗੁਣ ਨਿਰਗੁਣ ਗੁਰ ਸ਼ਬਦ ਕਹੂੰ ਤੋਹੇ ਸਮਝਾਏ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸਰਗੁਣ ਰੂਪ ਹੈ ਇੱਕ ਮੇਰਾ ਨਿਰਗੁਣ ਰੂਪ ਹੈ, ਇੱਕ ਗੁਰ ਸ਼ਬਦ ਰੂਪ ਹੈ। ਜਿਹੜਾ ਸਰਗੁਣ ਰੂਪ ਹੈ ਉਹ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰਾ ਆਪਣਾ ਪ੍ਰਗਟ ਦੇਹ ਹੈ ਜਿਹੜੀ। ਨਿਰਗੁਣ ਰੂਪ ਪਾਰ ਬ੍ਰਹਮ ਪਰਮੇਸ਼ਰ ਹੈ। ਗੁਰ ਸ਼ਬਦ ਗੁਰਬਾਣੀ ਜੋ ਹਰ ਜਗ੍ਹਾ ਵਿਆਪਕ ਹੈ। ਹਰ ਜਗ੍ਹਾ ਜਿੱਥੇ ਮਰਜੀ ਗੁਰਸਿੱਖ ਬੈਠਾ ਹੈ, ਭਾਵੇਂ ਇਸ਼ਨਾਨ ਕਰਦਾ ਹੈ, ਭਾਵੇਂ ਤੁਰਿਆ ਫਿਰਦਾ ਹੈ, ਬੱਸ 'ਚ ਬੈਠਾ ਹੈ, ਜਹਾਜ਼ 'ਚ ਬੈਠਾ ਹੈ, ਖੂਹ 'ਚ ਬੈਠਾ ਕੰਮ ਕਰਦਾ, ਉੱਥੇ ਵੀ ਬਾਣੀ 'ਤੇ ਪੜ੍ਹੀ ਜਾਂਦਾ। ਉਹ ਉੱਥੇ ਗੁਰ ਸ਼ਬਦ ਹਿਰਦੇ 'ਚ ਵਸ ਰਿਹਾ ਹੈ। ਉਸ ਹਿਰਦੇ 'ਚ ਵਸਦੇ ਸ਼ਬਦ ਦਾ ਕੋਈ ਚੌਰ ਨਹੀਂ ਕਰ ਸਕਦਾ, ਕੋਈ ਧੂਫ ਬੱਤੀ ਨਹੀਂ ਕਰ ਸਕਦਾ। ਉਹਦੀ ਕੀ ਕਰੂਗਾ? ਮਨ 'ਚ ਵਸ ਰਿਹਾ, ਉਪਦੇਸ਼ ਦੇ ਰਿਹਾ, ਅਗਵਾਈ ਕਰ ਰਿਹਾ। ਪਰ ਸਤਿਕਾਰ ਸਰਗੁਣ ਰੂਪ ਦਾ ਹੋਏਗਾ ਮਹਾਰਾਜ ਦੇ ਦਾ, ਜੋ ਗੁਰੂ ਮਹਾਰਾਜ ਜੀ ਦੀ ਪ੍ਰਗਟ ਦੇਹ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀ ਚੌਰ ਹੁੰਦੇ ਸਨ। ਮਹਾਰਾਜ ਦਾ ਚੌਰ ਵਰਦਾਰ ਸੀ ਕੀਰਤੀਆ ਭਾਈ। ਗੁਰੂ ਸਾਹਿਬ ਜੀ ਦੇ ਉੱਤੇ ਚਬਰ ਝੂਲਦਾ ਸੀ, ਮਹਾਰਾਜ ਦੇ ਅੱਗੇ ਨਗਾਰੇ ਵੱਜਦੇ ਸਨ, ਸਾਰਾ ਕੁਝ ਸੀ ਨਿਰਗੁਣ ਪਾਰ। ਇਸੇ ਤਰ੍ਹਾਂ ਹੀ ਸਰਗੁਣ ਰੂਪ ਗੁਰੂ ਜੀ ਦਾ ਸੀ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਅਤੇ ਨਿਰਗੁਣ ਪਾਰ ਬ੍ਰਹਮ ਪਰਮੇਸ਼ਰ ਗੁਰ ਸ਼ਬਦ ਗੁਰਬਾਣੀ ਦਾ ਉਪਦੇਸ਼। ਜਿਹੜਾ ਗੁਰਬਾਣੀ ਦਾ ਉਪਦੇਸ਼ ਹੈ, ਗੁਰਬਾਣੀ ਦੇ ਉਪਦੇਸ਼ ਨੂੰ ਕੋਈ ਕਿਸੇ ਚੌਰ ਦੀ ਲੋੜ ਨਹੀਂ ਹੈ, ਉਪਦੇਸ਼ ਨੂੰ। ਪਰ ਜੋ ਗੁਰੂ ਗ੍ਰੰਥ ਸਾਹਿਬ ਹੈ ਉਹਨੂੰ ਅਸੀਂ ਵਿਸ਼ੇਸ਼ ਗੁਰੂ ਸਾਹਿਬ ਦਾ ਰੂਪ ਵਿਅਕਤੀ ਵਿਸ਼ੇਸ਼ ਮੰਨਦੇ ਹਾਂ। ਔਰ ਇਹ ਤਾਂ ਸਾਡੇ ਦੇਸ਼ ਦੀ ਸੁਪਰੀਮ ਕੋਰਟ ਹਾਈ ਕੋਰਟ ਵੀ ਮੰਨ ਚੁੱਕੀ ਹੈ। ਔਰ ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਹੈ ਜਿਹੜੇ ਇਹ ਜਿਵੇਂ ਜਿਉਂਦੇ ਗੁਰੂ ਨੇ, ਜਿਉਂਦੀ ਜਾਗਦੀ ਸ਼ਖਸੀਅਤ ਹੈ। ਕਿਸੇ ਸਾਧ ਸੰਗਤ ਜਿਹੜੀ ਜ਼ਮੀਨ ਜਾਇਦਾਦ ਗੁਰੂ ਗ੍ਰੰਥ ਸਾਹਿਬ ਦੇ ਨਾਂ ਲੱਗ ਸਕਣ ਦਾ ਇਹੀ ਕਾਰਨ ਹੈ ਕਿ ਇਹਨੂੰ ਜਿਉਂਦਾ ਗੁਰੂ ਮੰਨਿਆ, ਕਿ ਹਾਂ ਸਿੱਖ ਜਿਉਂਦਾ ਗੁਰੂ ਮੰਨਦੇ ਆ। ਕਦੇ ਕਿਸੇ ਮੂਰਤੀ ਦੇ ਨਾਂ, ਟਰਸਟ ਦੇ ਨਾਂ ਲੱਗ ਸਕਦੀਆਂ ਚੀਜ਼ਾਂ, ਜਾਂ ਕਿਸੇ ਹੋਰ ਚੀਜ਼ ਦੇ ਨਾਂ ਕਦੇ ਜ਼ਮੀਨ ਜਾਇਦਾਦ ਨਹੀਂ ਲੱਗ ਸਕਦੀ। ਗੁਰੂ ਗ੍ਰੰਥ ਸਾਹਿਬ ਦੇ ਨਾਂ ਲੱਗ ਸਕਦੀ ਹੈ, ਕਿਉਂਕਿ ਜਾਗਦਾ ਗੁਰੂ ਗੁਰਸਿੱਖ ਮੰਨਦੇ ਹਨ। ਇਸ ਤਰੀਕੇ ਜਾਣਨਾ, ਇਹ ਭੇਦ ਮਨ 'ਚੋਂ ਕੱਢ ਲਿਓ। ਜਦੋਂ ਨਿਰਗੁਣ ਦੀ ਗੱਲ ਕਰਾਂਗੇ, ਪਰਮਾਤਮਾ ਦੀ, ਵਾਹਿਗੁਰੂ ਦੀ, ਤਾਂ ਫਿਰ ਉੱਥੇ ਇਹੀ ਗੱਲ ਲਾਗੂ ਹੋਊ, ਪਰਮਾਤਮਾ ਦੀ ਕੋਈ ਆਰਤੀ ਨਹੀਂ ਕਰ ਸਕਦਾ, ਪਰਮਾਤਮਾ 'ਤੇ ਕੋਈ ਚੌਰ ਨਹੀਂ ਕੀਤਾ ਜਾ ਸਕਦਾ। ਪਰ ਜਦੋਂ ਸਰਗੁਣ ਦੀ ਗੱਲ ਕਰਾਂਗੇ, ਗੁਰੂ ਦੀ ਗੱਲ ਕਰਾਂਗੇ, ਉਹਦਾ ਚੌਰ ਵੀ ਹੋ ਸਕਦਾ ਹੈ, ਉਹਦੀ ਆਰਤੀ ਵੀ ਹੋ ਸਕਦੀ ਹੈ। ਆਪੋ ਆਪਣੀ ਆਸਥਾ ਹੈ ਕਿ ਉਹਨੂੰ ਮੱਥਾ ਵੀ ਟੇਕਿਆ ਜਾ ਸਕਦਾ ਹੈ। ਇਉਂ ਦਿੱਕਤ ਇਹ ਸੀ, ਜਿਹੜੇ ਉੱਥੇ ਦੇ ਪਾਂਡੇ ਸਨ ਉਹ ਕਹਿੰਦੇ ਸਨ ਮੰਦਰ 'ਚ ਪਈ ਮੂਰਤੀ ਜਗਨਨਾਥ ਹੈ, ਜਗਤ ਦਾ ਮਾਲਕ ਹੈ, ਜਿਹੜਾ ਰੱਬ ਹੈ। ਇੱਥੇ ਇਸ ਚਾਰ ਦੀਵਾਰੀ 'ਚ ਰੱਬ ਬੈਠਾ, ਆਹੀ ਇੰਨੀ ਜਗ੍ਹਾ 'ਚ ਰੱਬ ਹੈ। ਜਿਵੇਂ ਮੁਸਲਮਾਨ ਕਹਿੰਦੇ ਸਨ ਕਿ ਮੱਕੇ ਦੇ ਇੰਨੀ ਕੁ ਜਗ੍ਹਾ ਜਿਹੜੀ ਇਹੀ ਪਵਿੱਤਰ ਹੈ, ਇੱਥੇ ਹੀ ਇੰਨੀ ਕੁ 'ਚ ਰੱਬ ਹੈ। ਇੱਦਾਂ ਹੀ ਪਾਂਡੇ ਕਹਿੰਦੇ ਸਨ। ਇਸ ਗੱਲ ਦਾ ਗੁਰਬਾਣੀ ਨੇ ਆਖਿਆ, ਹਿੰਦੂ ਪੂਜਨ ਦੇਹੁਰਾ ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜੇ ਦੇਹੁਰਾ ਨਾ ਮਸੀਤ। ਕਹਿੰਦੇ ਹਿੰਦੂ ਦਿਉਰੇ ਦੇ ਵਿੱਚ, ਮੰਦਰ ਵਿੱਚ ਰੱਬ ਨੂੰ ਕਲਪਿਤ ਕਰਦੇ ਹੈ, ਅਤੇ ਮੁਸਲਮਾਨ ਮਸਜਿਦ 'ਚ ਕਰਦੇ ਆ। ਨਾਮਦੇਵ ਜੀ ਕਹਿੰਦੇ ਮੈਂ ਤਾਂ ਮੰਨਦਾ ਦਿਉਰੇ ਮਸੀਤਾਂ ਤੋਂ ਵੀ ਬਾਹਰ ਹੈ, ਦਿਉਰਾ ਅਤੇ ਮਸੀਤ ਵੀ ਹਨ, ਵਿੱਚ ਵੀ ਇੱਥੇ ਵੀ ਹੈ, ਇਹ ਤੋਂ ਬਾਹਰ ਵੀ ਹੈ। ਕਿਉਂਕਿ ਸਭੈ ਘਟ ਰਾਮ ਬੋਲਾ, ਰਾਮਾ ਬੋਲਾ, ਰਾਮ ਬਿਨਾ ਉਹ ਬੋਲਾ ਰੇ। ਇਸ ਤਰੀਕੇ ਜਾਣੋ। ਪਰ ਗੁਰੂ ਬਾਣੀ, ਗੁਰੂ ਸਾਹਿਬ, ਗੁਰੂ ਗ੍ਰੰਥ ਸਾਹਿਬ, ਇਹਨਾਂ ਦਾ ਅਦਬ ਸਤਿਕਾਰ ਜਿਸ ਜਗ੍ਹਾ ਸੁਸ਼ੋਭਿਤ ਹਨ ਉੱਥੇ ਹਨ। ਉਪਦੇਸ਼ ਗੁਰੂ ਕਾ ਵਿਆਪਕ ਹੈ, ਇਉਂ ਜਾਨਣਾ। ਇਉਂ ਗੁਰੂ ਨਾਨਕ ਦੇਵ ਜੀ ਨੇ ਆਖਿਆ, ਪਵਨ ਚਵਰੋ ਕਰੇ
ਕਹਿੰਦੇ ਮੂਰਤੀ ਨੂੰ ਚੌਰ ਕਰ ਸਕ ਰਹੇ ਹੋ, ਤੁਸੀਂ ਕਰ ਰਹੇ ਹੋ, ਪਰ ਜੇ ਜਗਤ ਦੇ ਨਾਥ ਪਰਮਾਤਮਾ ਦੀ ਗੱਲ ਕਰੋ, ਉਹਦਾ ਚੌਰ ਤੇ ਪਵਨ, ਆਹ ਜਿਹੜੀ ਹਵਾ ਚੱਲਦੀ ਹੈ, ਪੌਣ ਦੇਵਤਾ ਜਿਹੜਾ ਹੈ ਉਹ ਚੌਰ ਉਹਨੂੰ ਇਹ ਤਾਂ ਕਰ ਰਿਹਾ ਹੈ। ਉਹਨੂੰ ਨਾ ਕੋਈ ਗਰਮੀ ਲੱਗਦੀ ਨਾ ਸਰਦੀ ਲੱਗਦੀ, ਉਹਨੂੰ ਨਹੀਂ ਕੋਈ ਚੌਰ ਹੁੰਦਾ। ਸਗਲ ਬਨ ਰਾਏ ਫੂਲੰਤ ਜੋਤੀ, ਕਹਿੰਦੇ ਜੀ ਅਸੀਂ ਤੇ ਫੁੱਲ ਵੀ ਸੁੱਟਦੇ ਹਾਂ, ਫੁੱਲ ਵੀ ਅਰਪਣ ਕਰਦੇ ਹਾਂ ਮੂਰਤੀ ਨੂੰ। ਗੁਰੂ ਜੀ ਕਹਿੰਦੇ ਮੂਰਤੀ ਨੂੰ ਕਰੋ, ਕਰ ਸਕਦੇ ਹੋ, ਤੁਹਾਡੀ ਆਸਥਾ ਹੈ, ਪਰ ਦਿੱਕਤ ਇਸ ਗੱਲ ਦੀ ਹੈ ਕਿ ਤੁਸੀਂ ਇਸ ਮੂਰਤੀ ਨੂੰ ਇਹ ਸਿੱਧ ਕਰ ਰਹੇ ਹੋ ਕਿ ਜਗਤ ਦਾ ਨਾਥ ਪਰਮਾਤਮ ਰੂਪ ਜੋ ਹੈ, ਨਿਰਗੁਣ ਰੂਪ, ਸਾਰੀਆਂ ਸ਼ਕਤੀਆਂ ਆ ਬਸ ਇੰਨੀ ਕੁ ਜਗ੍ਹਾ 'ਚ ਸਮਾ ਗਈਆਂ ਨੇ। ਪਰ ਗੁਰਸਿੱਖ ਐਸਾ ਨਹੀਂ ਮੰਨਦੇ। ਉਹ ਮੰਨਦੇ ਆ ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਅੰਦਰ ਵੀ ਹੈ, ਬਾਹਰ ਵੀ ਹੈ, ਇੱਥੇ ਸਰਗੁਣ ਰੂਪ 'ਚ ਹੈ, ਬਾਹਰ ਨਿਰਗੁਣ ਰੂਪ ਵਿੱਚ, ਹਰ ਜਗ੍ਹਾ ਵਿਆਪਕ ਰੂਪ ਵਿੱਚ ਹੈ। ਇਉਂ ਜਾਣੋ। ਚਲੋ, ਸਾਰਾ ਜਿੰਨਾ ਬਨਰਾਏ ਜੰਗਲ ਹੈ, ਜੰਗਲ ਦੇ ਵਿੱਚ ਜਿੰਨੇ ਵੀ ਫੁੱਲ ਲੱਗੇ ਆ, ਮਹਾਰਾਜ ਕਹਿੰਦੇ ਸਾਰੇ ਫੁੱਲ ਉਸ ਜੋਤੀ ਸਰੂਪ ਪਰਮਾਤਮਾ ਉੱਤੇ ਹੀ ਤਾਂ ਨਿਸ਼ਾਵਰ ਨੇ। ਜਿੰਨੇ ਤਰ੍ਹਾਂ ਦੇ ਫੁੱਲ, ਜਿੰਨੇ ਤਰ੍ਹਾਂ ਦੇ ਕਬਲ, ਜਿੰਨੇ ਤਰ੍ਹਾਂ ਦੇ ਗੁਲਾਬ, ਜਿੰਨੇ ਤਰ੍ਹਾਂ ਦੀ ਚਮੇਲੀ, ਪਤਾ ਨਹੀਂ ਕਿੰਨੇ ਕਿੰਨੇ ਫੁੱਲ ਹਨ। ਕਿਤੇ ਜਾ ਕੇ ਤਾਂ ਵੇਖੋ ਜਿੱਥੇ ਫੁੱਲ ਲੱਗਦੇ ਆ। ਕਿਤੇ ਤੁਸੀਂ, ਆਪਾਂ ਤਾਂ ਚੰਡੀਗੜ੍ਹ ਵਾਲੇ ਤਾਂ ਇੱਥੇ ਹੀ ਰੋਜ਼ ਗਾਰਡਨ ਦੇਖ ਕੇ ਖੁਸ਼ ਹੋ ਜਾਂਦੇ ਹਾਂ, ਬਹੁਤ ਤਰ੍ਹਾਂ ਬੜੇ ਫੁੱਲ ਹੈ। ਪਰ ਜਦੋਂ ਕਿਤੇ ਸਾਧ ਸੰਗਤ ਜੀਵਨ 'ਚ ਕਦੇ ਮੌਕਾ ਮਿਲੇ ਹੇਮਕੁੰਟ ਸਾਹਿਬ ਜਾਣ ਦਾ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਵਿੱਚ ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਤ ਹੈ ਤਹਾਂ, ਜ਼ਿਕਰ ਵੀ ਆਉਂਦਾ ਉਸ ਦੇ ਵਿੱਚ। ਅਤੇ ਜਦੋਂ ਜਾਓਗੇ ਤਾਂ ਉਹਦੇ ਜਾਣ ਤੋਂ ਪਹਿਲਾਂ ਉਰਲੇ ਪਾਸੇ ਇੱਕ ਫੁੱਲਾਂ ਦੀ ਘਾਟੀ ਹੈ। ਮਿਹਨਤ ਤਾਂ ਕਰਨੀ ਪਏਗੀ। ਕਦੇ ਉਹ ਫੁੱਲਾਂ ਦੀ ਘਾਟੀ ਨੂੰ ਜਾ ਕੇ ਦੇਖਿਓ, ਦਰਸ਼ਨ ਕਰਿਓ, ਤੁਹਾਨੂੰ ਪਤਾ ਲੱਗੇਗਾ ਐਸੇ ਫੁੱਲ ਜਿਨ੍ਹਾਂ ਬਾਰੇ ਸੁਣਿਆ ਵੀ ਸ਼ਾਇਦ ਨਾ ਹੋਵੇ। ਔਰ ਉੱਥੇ ਵੀ ਲਿਖਿਆ ਮਿਲਦਾ ਹੈ ਕਿ ਕਿਸੇ ਫੁੱਲ ਨੂੰ ਟੱਚ ਨਾ ਕਰੋ, ਛੋਇਓ ਨਾ, ਕਿਉਂਕਿ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਇਹ ਫੁੱਲ ਜ਼ਹਿਰੀਲਾ, ਨੁਕਸਾਨਦੇਹ ਹੈ ਜਾਂ ਲਾਭਦਾਇਕ ਹੈ। ਕਿਉਂਕਿ ਇਸ ਤਰ੍ਹਾਂ ਦੇ ਕਿਸਮਾਂ ਦੇ ਕੁਦਰਤੀ ਫੁੱਲ ਹੈ, ਕਿਸੇ ਨੇ ਮਾਲੀ ਨੇ ਥੋੜ੍ਹਾ ਲਾਏ, ਸਾਡੇ ਵਰਗੇ ਨੇ ਉੱਥੇ, ਆਪਣੇ ਆਪ ਕੁਦਰਤੀ। ਉਹ ਸਾਰੇ ਫੁੱਲ ਕਿਹਨੂੰ ਅਰਪਣ ਨੇ? ਕਹਿੰਦੇ ਸਗਲ ਬਨ ਰਾਏ, ਜਿੰਨੇ ਵੀ ਜੰਗਲਾਂ ਦੇ ਫੁੱਲ ਹਨ, ਫੁੱਲੰਤ ਜੋਤੀ, ਜੋਤੀ ਸਰੂਪ ਪਰਮਾਤਮਾ ਵਾਹਿਗੁਰੂ ਦੇ ਲਈ ਉਹ ਫੁੱਲ ਸਾਧ ਸੰਗਤ ਜੀ ਉਗਦੇ ਹਨ, ਖਿਲਦੇ ਹਨ, ਉਹਦੇ ਉੱਤੋਂ ਨਿਸ਼ਾਵਰ ਹਨ। ਕੈਸੀ ਆਰਤੀ ਹੋਏ, ਕੈਸੀ ਆਰਤੀ ਹੋਵੇ ਪਰਮਾਤਮਾ ਦੀ, ਤੁਹਾਡੇ ਤੁਸੀਂ ਦੀਵੇ ਬਾਲ ਕੇ ਜਿਹੜੀ ਕਰਦੇ ਹੋ। ਭਵ ਖੰਡਨਾ ਤੇਰੀ ਆਰਤੀ, ਹੈ ਭਵ ਜਨਮ ਮਰਨ ਦੇ ਚੱਕਰਾਂ ਨੂੰ ਖੰਡਨ ਵਾਲੇ, ਸੰਸਾਰ ਦੇ ਦੁੱਖਾਂ ਨੂੰ ਖੰਡਨ ਕੱਟਣ ਵਾਲੇ ਵਾਹਿਗੁਰੂ, ਤੇਰੀ ਆਰਤੀ ਕੈਸੀ ਹੋਵੇ। ਅਨਹਤਾ ਸ਼ਬਦ ਵਜੰਤ ਫੇਰੀ, ਅਨਹਦ ਸ਼ਬਦ ਜੋ ਵੱਜ ਰਹੇ ਹੈ, ਜੋ ਹੈ ਵਾਹਿਗੁਰੂ ਵਿਆਪਕ ਸਰੂਪ ਵਿੱਚ, ਜੋ ਬ੍ਰਹਮ ਰੂਪ ਹੋ ਕੇ ਤੂੰ ਹਰ ਜਗ੍ਹਾ ਵਿਆਪਕ ਹੈ, ਜਾਂ ਤੇਰਾ ਸ਼ਬਦ ਹੁਕਮ ਰੂਪ ਸ਼ਬਦ ਹਰ ਜਗ੍ਹਾ ਵੱਜ ਰਿਹਾ ਹੈ, ਇਹ ਤੇਰੀਆਂ ਭੇਰੀਆਂ ਵੱਜ ਰਹੀਆਂ ਨੇ, ਨਫੀਰੀਆਂ ਵੱਜ ਰਹੀਆਂ ਨੇ, ਨਗਾਰੇ ਵੱਜ ਰਹੇ ਆ। ਰਹਾਓ ਵਿਸ਼ਰਾਮ ਦੇ ਕੇ ਸਮਝਾ ਰਿਹਾ। ਪਾਂਡਿਆਂ ਨੂੰ ਜਦੋਂ ਮਹਾਰਾਜ ਨੇ ਸਮਝਾਇਆ, ਪਾਂਡੇ ਮੰਨ ਗਏ, ਹੱਥ ਜੁੜ ਗਏ ਪੰਡਤਾਂ ਦੇ। ਕਹਿੰਦੇ ਮਹਾਰਾਜ ਗੱਲ ਤਾਂ ਤੁਹਾਡੀ ਠੀਕ ਹੈ, ਅਤੇ ਜਿਵੇਂ ਅਸੀਂ ਆਰਤੀ ਤੋਂ ਬਾਅਦ ਸਤੋਤਰ ਪੜ੍ਹਦੇ ਹਾਂ, ਫਿਰ ਇਸ ਆਰਤੀ ਦਾ ਸਤੋਤਰ ਕੀ ਹੈ? ਫਿਰ ਗੁਰੂ ਨਾਨਕ ਦੇਵ ਮਹਾਰਾਜ ਨੇ ਅੱਗੇ ਸਤੋਤਰ ਉਚਾਰਨ ਕੀਤਾ, ਔਰ ਉਹਦੇ ਵਾਹਿਗੁਰੂ ਦੇ ਸਰਗੁਣ ਅਤੇ ਨਿਰਗੁਣ ਦੋ ਭੇਦ ਦੱਸੇ। ਫਿਰ ਇਸੇ ਸ਼ਬਦ 'ਚ ਦੱਸਿਆ। ਉਤਲੀਆਂ ਅੱਧੀਆਂ ਪੰਕਤੀਆਂ ਪੜ੍ਹ ਕੇ ਸ਼ਬਦ ਦੀ ਵਿਆਖਿਆ ਕਰ ਦੇਣੀ, ਖੰਡਨ ਕਰ ਦੇਣਾ, ਇਹ ਗਲਤ ਗੱਲ ਹੈ, ਗੁੰਮਰਾਹ ਕਰਨਾ ਸੰਗਤ ਨੂੰ। ਇਹਦੇ ਵਿੱਚ ਮਹਾਰਾਜ ਨੇ ਦੱਸਿਆ। ਫਿਰ ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਹੇ ਵਾਹਿਗੁਰੂ
ਜੇ ਸਰਗੁਣ ਰੂਪ 'ਚ ਦੇਖੀਏ ਤੇ ਹਜ਼ਾਰਾਂ ਤੇਰੇ ਨੇਤਰ ਹਨ। ਆ ਦਿਖਦੇ ਜਿੰਨੇ ਨੇਤਰ ਨੇ, ਜੇ ਜਿੰਨੇ ਜੀਵ ਹੈ, ਇਹ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਤੂੰ ਹੀ ਤਾਂ ਬੈਠਾ ਹੈ। ਜਿੰਨੇ ਵੀ ਤੇਰੇ ਨੇਤਰ ਨੇ, ਹਜ਼ਾਰਾਂ ਨੇਤਰ ਬਾਹਰੀ ਤੌਰ 'ਤੇ ਦਿਖਦੇ ਆ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ। ਪਰ ਜੇ ਨਿਰਗੁਣ ਰੂਪ 'ਚ ਵੇਖੀਏ ਤਾਂ ਤੇਰਾ ਇੱਕ ਵੀ ਨੇਤਰ ਨਹੀਂ। ਆਹ ਕਿਹੜੇ ਨੇਤਰ ਨੇ? ਜਿਹੜੇ ਸਾਹਮਣੇ ਦੇਖਦੇ ਆ, ਪਿੱਛੇ ਨਹੀਂ ਦੇਖਦੇ, ਖੱਬੇ ਦੇਖਦੇ ਆ, ਸੱਜੇ ਨਹੀਂ ਦੇਖ ਪਾਉਂਦੇ, ਬਾਹਰ ਦੇਖਦੇ ਆ, ਅੰਦਰ ਨਹੀਂ ਦੇਖ ਪਾਉਂਦੇ। ਇਹ ਨੇਤਰ, ਇਹ ਤਾਂ ਚਲੇ ਜਾਣਗੇ। ਇਹ ਨੇਤਰ, ਇਹ ਨੇਤਰਾਂ ਦੀ ਰੌਸ਼ਨੀ ਘਟ ਜਾਣੀ ਹੈ। ਪਰ ਜਿਹੜਾ ਤੇਰਾ ਨੇਤਰ ਹੈ, ਹੇ ਵਾਹਿਗੁਰੂ, ਉਹ ਤੇਰੇ ਜਿਹੜੇ ਨੇਤਰ ਹੈ ਨਾ, ਅੰਤਰਯਾਮਤਾ ਦੇ, ਜਾਂ ਜੋ ਵਿਆਪਕ ਰੂਪ ਵਿੱਚ ਹਰ ਜਗ੍ਹਾ ਤੂੰ ਮੌਜੂਦ ਹੈ, ਘਟ ਘਟ ਵਿੱਚ ਰਮਿਆ ਹੋਇਆ, ਉਹ ਤੇਰੀ ਦ੍ਰਿਸ਼ਟੀ ਹੈ ਜਿਹੜੀ, ਉਹ ਨਹੀਂ ਕਦੇ ਜਾਣੀ। ਉਸ ਤਰੀਕੇ ਨਾਲ ਤੇਰਾ ਇੱਕ ਵੀ ਨੇਤਰ ਨਹੀਂ ਕਿਹਾ ਜਾ ਸਕਦਾ। ਉਂਝ ਤੇ ਸਾਰੇ ਹੀ ਨੇਤਰ ਤੇਰੇ ਆ, ਪਰ ਜੇ ਕਿਸੇ ਇੱਕ ਜਗ੍ਹਾ 'ਤੇ ਲਾ ਕੇ ਰੱਖ ਦੋ ਆਹ ਨੇਤਰ ਰੱਬ ਦਾ, ਤਾਂ ਫਿਰ ਆਖਿਆ ਨਹੀਂ ਜਾ ਸਕਦਾ, ਫਿਰ ਕੁਫਰ ਹੋ ਜਾਏਗਾ। ਕੁਫਰ ਇਸੇ ਗੱਲ 'ਚ ਹੈ ਨਾ, ਇਸੇ ਗੱਲ ਦਾ ਹੀ ਰੌਲਾ। ਉਂਝ ਤੇ ਰੱਬ ਦਾ ਹੀ ਕਹਿੰਦੇ ਅਸੀਂ ਸਾਰਾ ਕੁਝ। ਪਰ ਜੇ ਰੱਬ ਦਾ ਕਹਿ ਕੇ ਕੋਈ ਆਖੀਏ ਸਾਰੀ ਕਾਇਨਾਤ ਰੱਬ ਦੀ ਹੈ, ਸਾਰਾ ਕੁਝ ਰੱਬ ਦਾ ਹੈ, ਇਹ ਫਿਰ ਤਾਂ ਮੰਨਦੇ ਆ। ਮੁਸਲਮਾਨ ਵੀ, ਵੀਰ ਵੀ ਇਹ ਗੱਲ ਮੰਨਦੇ ਆ ਵੀ ਸਭ ਕੁਝ ਕਾਇਨਾਤ, ਸਾਰਾ ਕੁਝ ਉਹਦਾ ਹੀ, ਰੱਬ ਦਾ ਹੀ ਹੈ। ਅਤੇ ਜੇ ਕੋਈ ਬੰਦਾ ਆਖੇ ਕਿ ਮੈਂ ਰੱਬ ਹਾਂ, ਅਤੇ ਫਿਰ ਉਹ ਕੁਫਰ ਮੰਨਿਆ ਜਾਂਦਾ। ਕਾਰਨ ਹੈ ਉਹਦੇ ਪਿੱਛੇ ਇੱਕ ਉਹਨਾਂ ਦੇ ਸੂਫੀ ਸੰਤ ਆਉਂਦਾ, ਉਹ ਕੋਈ ਆਇਆ ਬੰਦਾ ਅਤੇ ਛਾਂਪ ਪਾਉਣ ਲੱਗਾ। ਉਹਨਾਂ ਸੰਤ ਨੇ ਅੱਗੇ ਉਂਗਲ ਕਰ ਦਿੱਤੀ, ਕਹਿੰਦਾ ਲੈ ਰੱਬ ਦੀ ਉਂਗਲ 'ਚ ਛਾਂਪ ਪਾ ਦੇ। ਇੱਦਾਂ ਕਰ ਦਿੱਤਾ ਉਹਨੇ। ਗੱਲ ਚੱਲ ਗਈ, ਇਹ ਆਪਣੇ ਆਪ ਨੂੰ ਰੱਬ ਕਹੀ ਜਾਂਦਾ, ਰੱਬ ਦੀ ਉਂਗਲ 'ਚ ਛਾਂਪ ਪਾ ਦੇ। ਇਹ ਕੀ ਗੱਲ ਬਣੀ? ਗੱਲ ਕਾਜੀ ਤੱਕ ਚੱਲ ਗਈ, ਸ਼ਾਹੀ ਤੱਕ। ਤੂੰ ਕੁਫਰ ਕੀਤਾ, ਤੂੰ ਆਖਿਆ ਰੱਬ ਦੀ ਉਂਗਲ 'ਚ ਛਾਂਪ ਪਾ ਦੇ, ਤੂੰ ਰੱਬ ਹੈ? ਕਹਿੰਦਾ ਵੀ ਗੱਲ ਸੁਣ ਮੇਰੀ। ਹੁਣ ਇਹ ਸ਼ਾਬਦਿਕ ਤੌਰ 'ਤੇ ਉਲਝਾਉਣ ਵਾਲੀ ਗੱਲ ਸੀ। ਗੱਲ ਇਹ ਆ, ਕਹਿੰਦਾ ਵੀ ਸਾਰੀ ਕਾਇਨਾਤ ਕਿਹਦੀ ਹੈ? ਕਹਿੰਦਾ ਰੱਬ ਦੀ। ਕਾਜੀ ਕਹਿੰਦਾ ਤੂੰ ਕਿਹਦਾ? ਕਾਜੀ ਨੂੰ ਪੁੱਛਿਆ ਉਹਨੇ। ਕਹਿੰਦਾ ਰੱਬ ਦਾ। ਮੈਂ ਕਿਹਦਾ? ਕਹਿੰਦਾ ਰੱਬ ਦਾ। ਕਹਿੰਦਾ ਜੇ ਮੈਂ ਰੱਬ ਦਾ, ਫਿਰ ਮੈਂ ਕਿਹੜੀ ਗਲਤ ਗੱਲ ਕਹਿਤੀ ਵੀ ਰੱਬ ਦੀ ਉਂਗਲ 'ਚ ਛਾਂਪ ਪਾ ਦੇ? ਫਿਰ ਇੱਥੇ ਇਹ ਉਲਝਣ ਤਾਣੀ ਵਾਲੀ ਗੱਲ, ਇੱਥੇ ਉਲਝਦਾ ਬੰਦਾ। ਜੇਕਰ ਕਿਤੇ ਵਿਅਕਤੀਗਤ ਗੱਲ ਕਰਾਂਗੇ, ਸਮਸ਼ਟੀ ਰੂਪ 'ਚ ਜਦੋਂ ਗੱਲ ਕਰਾਂਗੇ, ਸਾਰਿਆਂ 'ਚ ਗੱਲ ਕਰਾਂਗੇ, ਇੱਕ ਜੰਗਲ ਖੜ੍ਹਾ, ਆਪਾਂ ਕਹਾਂਗੇ ਜੰਗਲ ਖੜ੍ਹਾ। ਪਰ ਜੇ ਕੋਈ ਨਿੰਮ ਦੇ ਦਰਖਤ ਕੋਲ ਜਾ ਕੇ ਆਖੇ ਆਹ ਜੰਗਲ ਹੈ, ਤੁਸੀਂ ਕਹੋਗੇ ਨਿੰਮ ਹੈ, ਜੰਗਲ ਨਹੀਂ ਹੈ, ਜੰਗਲ ਦਾ ਹਿੱਸਾ ਹੈ। ਕੋਈ ਸਫੈਦੇ ਕੋਲ ਜਾ ਕੇ ਆਖੇ ਇਹਨੂੰ ਜੰਗਲ ਕਹਿੰਦੇ, ਤੁਸੀਂ ਆਖੋਗੇ ਨਾ ਇਹ ਸਫੈਦਾ ਹੈ। ਕਿੱਕਰ ਕੋਲ ਜਾ ਕੇ ਆਖੇ ਜੀ ਇਹਨੂੰ ਕਹਿੰਦੇ ਜੰਗਲ, ਆਖੋਗੇ ਨਹੀਂ ਕਿੱਕਰ ਹੈ, ਆਹ ਬੋਹੜ ਹੈ, ਆਹ ਪਿੱਪਲ ਹੈ, ਆਹ ਰੁੱਖ, ਸਾਰਿਆਂ ਦੇ ਵੱਖੋ ਵੱਖਰੇ ਟਾਹਲੀ ਇਤਿਆਦਿਕ ਦੇ ਨਾਂ ਲੈ ਦਓਗੇ ਸਾਰੇ। ਪਰ ਜੇ ਸਮਸ਼ਟੀ ਰੂਪ 'ਚ ਗੱਲ ਕਰੋਗੇ ਤਾਂ ਕਹੋਗੇ ਆਹ ਸਾਰਾ ਜੰਗਲ ਹੈ। ਇੱਦਾਂ ਹੀ ਗੱਲ ਹੈ। ਜੇ ਤਾਂ ਉਂਝ ਆਖੋਗੇ ਜਿੰਨੇ ਸਾਰਿਆਂ ਦੇ ਨੇਤਰ ਸਮਸ਼ਟੀ ਰੂਪ ਵਿੱਚ, ਫਿਰ ਤਾਂ ਆਖੋਗੇ ਸਾਰਿਆਂ ਦੇ ਨੇਤਰਾਂ 'ਚ ਉਹੀ ਵਸਦਾ ਹੈ, ਉਹੀ ਹੈ, ਸਾਰੇ ਨੈਣ ਉਹਦੇ ਹੀ ਹੈ। ਪਰ ਜੇ ਕਿਸੇ ਅੱਖਾਂ 'ਤੇ ਉਂਗਲ ਲਾ ਕੇ ਆਖ ਦੋ ਵੀ ਆਹ ਅੱਖ ਹੈ ਜਿਹੜੀ, ਆਹ ਨੈਣ ਹੈ ਜਿਹੜੇ, ਆਹ ਨੈਣ ਰੱਬ ਦੇ ਹੈ, ਆਹ ਅੱਖਾਂ ਨੇ, ਅਤੇ ਬਾਕੀ ਕਿਹਦੀਆਂ? ਫਿਰ ਬਈ ਫਿਰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਸਾਧ ਸੰਗਤ ਉਪਮਾ ਦੇਣ ਵਾਲੀ ਗੱਲ ਹੋ ਜਾਏਗੀ। ਉਸ ਚੀਜ਼ ਨੂੰ ਵੀ ਗੁਰੂ ਸਾਹਿਬ ਨੇ ਇਸ ਸ਼ਬਦ ਵਿੱਚ ਕਲੀਅਰ ਕਰ ਦਿੱਤੀ ਗੱਲ। ਉਂਝ ਤੇ ਸਾਰਿਆਂ 'ਚ ਹੈ, ਸਾਰੇ ਨੇਤਰਾਂ 'ਚ ਹੈ, ਸਾਰਿਆਂ 'ਚ ਹੈ। ਪਰ ਜੇ ਕੋਈ ਵਿਸ਼ੇਸ਼ ਉਂਗਲ ਲਾ ਕੇ ਆਖੇ ਆਹ ਹੈ, ਤਾਂ ਗੱਲ ਨਹੀਂ ਬਣਨੀ। ਕਿਉਂਕਿ ਨਨ ਨੈਣ ਹੈ ਤੋਹੇ ਕਉ, ਤੇਰਾ ਕੋਈ ਐਸਾ ਅੱਖ ਨਹੀਂ ਜਿਹੜੀ ਤੇਰੇ ਮੇਚ ਆ ਜਾਏ। ਸਾਰੇ ਹੀ ਨੇਤਰ ਤੇਰੇ ਹੈ, ਪਰ ਉਂਝ ਤੂੰ ਨੇਤਰਾਂ ਤੋਂ ਬਗੈਰ ਵੀ ਹੈ। ਤੇਰੀ ਮਰਜ਼ੀ। ਅੱਖਾਂ 'ਚੋਂ ਥੋੜ੍ਹੀ ਦੇਖਣਾ, ਇਹ ਤਾਂ ਸਾਡੇ ਲਈ ਬੰਧਨ ਹੈ ਵੀ ਅੱਖਾਂ ਨਾਲ ਦੇਖ ਸਕਦੇ, ਕੰਨਾਂ ਨਾਲ ਸੁਣ ਸਕਦੇ, ਜੀਭ ਨਾਲ ਬੋਲ ਸਕਦੇ। ਉਹਨੂੰ ਕੋਈ ਬੰਧਨ ਨਹੀਂ। ਉਹ ਚਾਹੇ ਹੱਥਾਂ ਨਾਲ ਦੇਖ ਲਏ, ਉਹ ਚਾਹੇ
ਨੱਕ ਨਾਲ ਬੁਲਾ ਦੇਵੇ, ਉਹ ਚਾਹੇ ਕੰਨ ਨਾਲ ਦੇਖ ਲਏ, ਉਹਦੀ ਮਰਜ਼ੀ ਹੈ। ਇਹ ਤਾਂ ਸ਼ਕਤੀਆਂ, ਇਹ ਸੈਂਸਰ ਹੈ ਜਿਹੜੇ ਸਾਡੇ ਵੀ ਦੁਨੀਆ 'ਤੇ ਵਸਦੇ ਲੋਕਾਂ ਦੇ ਐਕਟੀਵੇਟ ਹੋ ਜਾਂਦੇ ਆ। ਕਈਆਂ ਦੇ ਜਿਹਦੇ ਨੇਤਰ ਨਹੀਂ ਹੁੰਦੇ, ਉਹ ਕੰਨਾਂ ਤੋਂ ਨੇਤਰਾਂ ਦਾ ਕੰਮ ਲੈਣ ਲੱਗ ਜਾਂਦੇ ਆ। ਉਹ ਬੰਦੇ ਇਸ ਤਰੀਕੇ ਦੇ ਬਣ ਜਾਂਦੇ, ਚਮੜੀ ਉਹਨਾਂ ਨੂੰ ਦੱਸਣ ਲੱਗ ਜਾਂਦੀ ਹੈ ਕਈ ਚੀਜ਼ਾਂ। ਕਈ ਚਮੜੀ ਦੇ ਕੰਮ ਅਸੀਂ ਅੱਖਾਂ ਤੋਂ ਲੈ ਲੈਂਦੇ ਹਾਂ, ਅੱਖਾਂ ਦੇ ਕੰਮ ਚਮੜੀ ਤੋਂ ਲੈ ਲੈਂਦੇ। ਜਿਵੇਂ ਕੋਈ ਸਾਹਮਣੇ ਚੀਜ਼ ਪਈ, ਅੱਖਾਂ ਨਾਲ ਗਿਣੀ 1 2 3 4 ਥੰਮਲੇ ਆ, ਅਸੀਂ ਗਿਣਨੇ ਆ। ਅੱਖਾਂ ਨਿਗਾਹ ਮਾਰੀ ਕਿ 4 ਥੰਮਲੇ ਆ, ਅੱਖਾਂ ਦਾ ਕੰਮ ਹੈ। ਪਰ ਅੱਖਾਂ ਨਹੀਂ, ਫਿਰ ਉਹ ਕਿਵੇਂ ਗਿਣੂਗਾ? ਹੱਥ ਲਾ ਕੇ ਗਿਣ ਲੂਗਾ, 1 2 3 4 ਇੱਦਾਂ ਕਰ ਲੈਂਦਾ ਬੰਦਾ। ਇਹ ਸਿਸਟਮ ਹੈ ਇੱਕ। ਪਰਮਾਤਮਾ ਰੱਬ ਹੈ ਜਿਹੜਾ ਸਰਬ ਕਲਾ ਸਮਰੱਥ ਮੰਨਿਆ ਗੁਰਬਾਣੀ ਗੁਰਮਤਿ ਨੇ। ਇਉਂ ਮਹਾਰਾਜ ਕਹਿੰਦੇ, ਸਹਿਸ ਮੂਰਤ ਨਨਾਇਕ ਤੋਹੀ। ਸਾਰੀਆਂ ਹੀ ਮੂਰਤਾਂ ਤੇਰੀਆਂ ਨੇ, ਪਰ ਵਿਸ਼ੇਸ਼ ਕੋਈ ਮੂਰਤ ਨਹੀਂ ਤੇਰੀ ਆਖੀ ਜਾ ਸਕਦੀ ਵੀ ਆਹ ਮੂਰਤ ਤੇਰੀ ਹੈ ਨਾ। ਸਾਰੀਆਂ ਤੇਰੀਆਂ ਸਮਸ਼ਟੀ ਰੂਪ ਵਿੱਚ, ਪਰ ਵਿਅਸ਼ਟੀ ਰੂਪ ਵਿੱਚ ਤੇਰੀ ਇੱਕ ਨਹੀਂ ਕਹੀ ਜਾ ਸਕਦੀ ਆਹ ਮੂਰਤ ਤੇਰੀ ਹੈ। ਸਹਿਸ ਪਦ ਬਿਮਲ, ਸਾਰੇ ਚਰਨ ਹਜ਼ਾਰਾਂ ਹੀ ਤੇਰੇ ਚਰਨ ਹਨ, ਕਦਮ ਹਨ, ਪੈਰ ਹਨ, ਸੋਹਣੇ ਕੋਮਲ ਸ਼ੁੱਧ। ਨਨ ਏਕ ਪਦ, ਪਰ ਜੇ ਕੋਈ ਆਖੇ ਜੀ ਆਹ ਚਰਨ ਪਾਦਕਾ ਹੈ, ਆਹ ਚਰਨ ਕੁੰਡ ਹੈ, ਆਹ ਚਰਨ ਹਨ, ਕਈ ਥਾਈਂ ਰੱਖੇ ਆ ਇੱਦਾਂ, ਕਹਿੰਦੇ ਨਾ, ਫੇਰ ਨਹੀਂ ਮੰਨੇ ਜਾਣੇ। ਗੰਧ ਬਿਨ ਨੱਕ ਨਹੀਂ ਹੈ, ਸਹਿਜ ਤਵ ਗੰਧ, ਪਰ ਸਾਰੀ ਜਗ੍ਹਾ ਦੀ ਖੁਸ਼ਬੂ ਤੈਨੂੰ ਆ ਰਹੀ। ਹਜ਼ਾਰਾਂ ਹੀ ਨਾਸਕਾ ਪੁਟਾਨ ਵਾਲਾ ਹੈ ਤੂੰ। ਹੇ ਵਾਹਿਗੁਰੂ, ਇਹ ਵਿਚਲਤ ਮੋਹੀ, ਤੇਰੇ ਇਹੀ ਕੌਤਕ ਦੇਖ ਕੇ ਤਾਂ ਮੈਂ ਮੋਹਿਤ ਹੋ ਗਿਆ ਕਿ ਤੇਰੇ ਬਾਰੇ ਕੋਈ ਇੱਕ ਗੱਲ ਕਹੀ ਨਹੀਂ ਜਾ ਸਕਦੀ। ਜੇ ਕੁਝ ਕਹਾਂਗੇ ਛੋਟੇ ਪੈ ਜਾਵਾਂਗੇ, ਅਧੂਰੇ ਰਹਿ ਜਾਵਾਂਗੇ। ਜਦੋਂ ਤੈਨੂੰ ਖੋਜਣ ਜਾਈਦਾ, ਅੰਦਾਜ਼ਾ ਆਈਡੀਆ ਗੈਸ ਲਾ ਕੇ ਜਾਈਦਾ, ਇੱਦਾਂ ਦਾ ਹੋਏਗਾ। ਜਦੋਂ ਜਿਉਂ ਅੰਦਰ ਜਾਂਦੇ ਹਾਂ, ਜਿਉਂ ਜਾਂਦੇ ਹਾਂ, ਤਿਉਂ ਤਿਉਂ ਪਤਾ ਲੱਗਦਾ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਅੱਗੇ ਦੀ ਅੱਗੇ, ਅੱਗੇ ਦੀ ਅੱਗੇ, ਅੱਗੇ ਦੀ ਅੱਗੇ ਨਿਕਲੀ ਜਾਂਦਾ, ਨਿਕਲੀ ਜਾਂਦਾ, ਨਿਕਲੀ ਜਾਂਦਾ। ਕੁਛ ਹੋਰ ਦਾ ਹੋਰੇ ਹੋਈ ਜਾਂਦਾ। ਇਉਂ ਮਹਾਰਾਜ ਕਹਿੰਦੇ ਹਨ, ਤੇਰੇ ਇਸ ਕੌਤਕ ਵੇਖ ਕੇ ਮੈਂ ਮੋਹਿਤ ਹੋ ਰਿਹਾ ਹਾਂ। ਸਭ ਮੈਂ ਜੋਤ ਜੋਤ ਹੈ ਸੋਏ। ਉਹ ਜੋਤੀ ਰੂਪ ਪਰਮਾਤਮਾ ਸਾਰਿਆਂ ਦੇ ਵਿੱਚ ਹੈ ਭਾਈ, ਸਾਡੇ ਸਭ ਵਿੱਚ ਹੈ। ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਹਦੇ ਚਾਨਣ ਨਾਲ ਸਾਡੇ ਸਾਰਿਆਂ 'ਚ ਚਾਨਣ ਹੋ ਰਿਹਾ ਹੈ। ਸਾਡੇ ਸਾਰਿਆਂ 'ਚ ਉਹਦੀ ਅੰਸ਼ ਹੈ, ਸਾਰਿਆਂ ਦੇ ਵਿੱਚ ਆਤਮਾ ਰੂਪ ਅੰਸ਼ ਹੈ। ਫਿਰ ਉਹ ਜੋਤ ਪੰਡਿਤ ਕਹਿੰਦੇ ਜੀ ਪ੍ਰਗਟ ਕਿਵੇਂ ਹੁੰਦੀ ਹੈ? ਅਸੀਂ ਤੇ ਥਾਲੀ ਵਿੱਚ ਜਾਂ ਦੀਵਾ ਬਾਲਦੇ, ਪਾਂਡਾ ਅੱਗ ਬਾਲਦਾ, ਅੰਦਰਲੀ ਜੋਤ ਪ੍ਰਗਟ ਕਿਵੇਂ ਹੋ? ਗੁਰੂ ਜੀ ਕਹਿੰਦੇ ਗੁਰਸਾਖੀ ਜੋਤ ਪ੍ਰਗਟ ਹੋਏ। ਉਹ ਜੋਤ ਗੁਰੂ ਦੀ ਸਿੱਖਿਆ ਨਾਲ ਪ੍ਰਗਟ ਹੋਣੀ ਹੈ ਅੰਦਰਲੀ ਜਿਹੜੀ। ਬਥੇਰੇ ਪਖੰਡੀ ਤੁਰੇ ਫਿਰਦੇ ਆ। ਆ ਜਿਹੜਾ ਫਰੀਜ਼ਰ ਵਾਲਾ ਬਾਬਾ ਅਸ਼ੂਤੋਸ਼ ਹੁਣ ਬੈਠਾ ਨਾ ਫਰਿੱਜ, ਜਿਹਨੂੰ ਕਹਿੰਦੇ ਸਮਾਧੀ ਲਾਈ ਬੈਠਾ, ਇਹ ਤਾਂ ਸਰਕਾਰਾਂ ਦੇ ਸਟੰਟ ਹੈ। ਵੋਟਾਂ ਵਾਟਾਂ ਨੂੰ ਕੱਢਣਗੇ, ਜਦੋਂ ਹੋ ਗਿਆ ਕੋਈ ਨਵਾਂ ਬੰਦਾ ਉਹਨਾਂ ਨੇ ਗੰਢ ਲਿਆ ਨਾ, ਫਿਰ ਉਹਦੀ ਗੱਦੀ 'ਤੇ ਬਿਠਾ ਕੇ ਕਹਿਣਗੇ ਇਹਨੂੰ ਸੁਪਨਾ ਆ ਗਿਆ ਰਾਤ ਨੂੰ, ਇਹਨੂੰ ਗੱਦੀ ਦੇ ਦਿੱਤੀ ਸੁਪਨੇ 'ਚ। ਇਹ ਬੜਾ ਕੁਛ ਚੱਲਦਾ। ਪਰ ਚਲੋ ਰਹੋ ਵਿਚਾਰ। ਉਹਦੇ ਕੀ ਕਰਦੇ ਸੀ ਬੰਦੇ, ਮੈਨੂੰ ਦੱਸਿਆ ਬੰਦੇ ਨੇ, ਕਹਿੰਦੇ ਬੰਦੇ ਦੀਆਂ ਅੱਖਾਂ 'ਤੇ ਹੱਥ ਰੱਖ ਲੈਂਦੇ, ਪਹਿਲਾਂ ਦੀਵਾ ਦਿਖਾ ਦਿੰਦੇ ਵੀ ਆਹ ਦੀਵਾ ਦੇਖ, ਹੁਣ ਅੰਦਰ ਦੇਖੀ। ਅੱਖਾਂ 'ਤੇ ਹੱਥ ਰੱਖਦੇ, ਦਿਖ ਗਈ ਜੋਤ। ਅਗਲਾ ਕਹਿੰਦਾ ਦਿਖੀ ਨਹੀਂ, ਹੋਰ ਦੱਬ ਦਿੰਦੇ। ਕਹਿੰਦਾ ਦਿਖ ਗਈ ਜੋਤ, ਕਹਿੰਦਾ ਦਿਖੀ ਨਹੀਂ, ਹੋਰ ਦੱਬ ਦਿੰਦੇ। ਅਗਲੇ ਨੂੰ ਡਰ ਪੈ ਜਾਂਦਾ ਵੀ ਆਹ ਬਾਹਰਲੀ ਜੋ ਅੰਦਰ ਦੀਵਾ ਦਿਖੇ ਨਾ ਦਿਖੇ, ਇਹਨਾਂ ਨੇ ਬਾਹਰਲੀਆਂ ਜੋਤਾਂ ਜ਼ਰੂਰ ਬੁਝਾ ਦੇਣੀਆਂ। ਅਗਲਾ ਕਹਿੰਦਾ ਯਹਾਂ ਦਿਖ ਗਈ ਬਸ, ਹੋਰ ਨਾ ਦੱਬੀ। ਇੱਦਾਂ ਦੇ ਪਖੰਡ ਬੜੇ ਚੱਲਦੇ ਆ। ਅਤੇ ਗੁਰੂ ਜੀ ਨਹੀਂ ਮੰਨਦੇ ਇੱਦਾਂ ਦੇ ਦੀਵਿਆਂ ਦੂਵਿਆਂ ਦੀ ਗੱਲ। ਮਨ ਕਹਿੰਦੇ ਗੁਰਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਨਾਲ, ਗੁਰੂ ਦੇ ਗਿਆਨ ਦੇ ਨਾਲ ਤੁਹਾਡੇ ਅੰਦਰ ਜੋਤ, ਭਾਵ ਆ ਬਾਹਰਲੇ ਦੀਵੇ ਵਰਗੀ ਜੋਤ ਨਹੀਂ। ਜੋਤ ਤਾਂ ਇੱਕ ਸ਼ਬਦ ਹੈ, ਇੱਕ ਪ੍ਰਤੀਕ ਹੈ ਚਾਨਣ ਗਿਆਨ ਦਾ। ਤੁਹਾਡਾ ਆਤਮਿਕ ਗਿਆਨ ਹੈ ਜਿਹੜਾ, ਉਹ ਗੁਰੂ ਦੀ ਸਿੱਖਿਆ ਨਾਲੋਂ ਪ੍ਰਗਟ ਹੋਣਾ। ਤੁਹਾਨੂੰ ਆਪਣੇ ਆਪੇ ਦੀ ਸਮਝ ਲੱਗਣੀ ਹੈ ਜਿਹੜੀ। ਜੋ ਤਿਸ ਭਾਵੈ ਸੋ ਆਰਤੀ ਹੋਏ।
ਜਿਹੜਾ ਉਹਨੂੰ ਭਾ ਜਾਣਾ, ਉਹਦੇ ਭਾਣੇ 'ਚ ਚੱਲਣਾ, ਇਹੀ ਸਭ ਤੋਂ ਵੱਡੀ ਆਰਤੀ ਹੈ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ। ਹਰੀ ਪਰਮਾਤਮਾ ਵਾਹਿਗੁਰੂ ਦੇ ਚਰਨ ਹਨ ਜਿਹੜੇ ਕਵਲਾਂ ਦੀ ਤਰ੍ਹਾਂ ਹਨ, ਅਤੇ ਉਹਦੀ ਚਰਨਾਂ ਦੀ ਮਕਰੰਦ ਕਹਿ ਦੋ ਧੂੜੀ ਦੇ ਉੱਤੋਂ ਲੋਭਿਤ ਮਨੋ, ਮੇਰਾ ਮਨ ਲੁਭਾਇਮਾਨ ਹੋ ਗਿਆ। ਜਿਵੇਂ ਕਵਲ ਦੇ ਉੱਤੇ ਭੌਰਾ ਕਵਲ ਦੀ ਧੂੜੀ ਦੇ ਉੱਤੇ ਉਹਦੇ ਰਸ ਦੇ ਉੱਤੇ ਲੁਭਾਇਮਾਨ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਪਰਮਾਤਮਾ ਦੇ ਚਰਨਾਂ ਦਾ ਪ੍ਰੇਮ ਰੂਪੀ ਮਕਰੰਦ ਧੂੜੇ ਵਿੱਚ ਮੇਰਾ ਮਨ ਲੁਭਾਇਮਾਨ ਹੋ ਗਿਆ। ਅਨ ਦਿਨੋਂ ਮੋਹਿ ਆਹੀ ਪਿਆਸਾ, ਮੈਨੂੰ ਦਿਨ ਰਾਤ ਬਸ ਉਹਦੇ ਚਰਨਾਂ ਦੀ ਪ੍ਰੇਮ ਦੀ ਪਿਆਸ ਲੱਗੀ ਰਹਿੰਦੀ ਆ। ਹੁਣ ਕਿਰਪਾ ਜਲ ਦੇਹ ਨਾਨਕ ਸਾਰਿੰਗ ਕਉ। ਹੁਣ ਬੇਨਤੀ ਕਰ ਰਹੇ ਹੈ ਮੇਰੇ ਵਾਹਿਗੁਰੂ, ਮੈਨੂੰ ਕਿਰਪਾ ਦਾ ਜਲ ਦੇ, ਤੇਰੀ ਕਿਰਪਾ ਰੂਪੀ ਜਲ ਚਾਹੀਦਾ। ਜਿਵੇਂ ਪਪੀਹੇ ਨੂੰ ਸ਼ਾਂਤੀ ਬੂੰਦ ਦੀ ਪਿਆਸ ਹੈ, ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮੈਨੂੰ ਸਾਰੰਗ ਪਪੀਹੇ ਨੂੰ ਤੇਰੇ ਕਿਰਪਾ ਰੂਪੀ ਜਲ ਦੀ ਪਿਆਸ ਹੈ। ਕਿਰਪਾ ਜਲ ਦੇ ਨਾਨਕ ਸਾਰੰਗ ਕਉ, ਹੋਏ ਜਾਤੇ ਤੇਰਾ ਨਾਮ ਵਾਸਾ। ਜਿਹਦੇ ਕਰਕੇ ਹੇ ਪਰਮਾਤਮਾ ਵਾਹਿਗੁਰੂ, ਤੇਰੇ ਨਾਮ ਵਿੱਚ ਮੇਰਾ ਮਨ ਟਿਕ ਜਾਵੇ, ਮੈਂ ਤੇਰੇ ਨਾਮ ਵਿੱਚ ਅਤੇ ਤੇਰਾ ਨਾਮ ਮੇਰੇ ਹਿਰਦੇ ਵਿੱਚ ਵਸ ਜਾਵੇ, ਜਿਹਦੀ ਕਿਰਪਾ ਦੇ ਨਾਲ ਲੋਕ ਸੁਖੀਏ ਪਰਲੋਕ ਸੁਹੇਲੇ ਹੁੰਦੇ ਹਨ। ਇਉਂ ਗੁਰੂ ਨਾਨਕ ਦੇਵ ਮਹਾਰਾਜ ਨੇ ਉੱਥੇ ਜਗਨਨਾਥਪੁਰੀ ਦੇ ਵਿੱਚ ਪਾਂਡਿਆਂ ਨੂੰ ਇਹ ਉਪਦੇਸ਼ ਦੇ ਕੇ ਸੱਚੀ ਆਰਤੀ ਨਾਲ ਜੋੜਿਆ, ਅਤੇ ਸਾਰੇ ਪਾਂਡਿਆਂ ਨੇ ਗੁਰੂ ਮਹਾਰਾਜ ਅੱਗੇ ਸੀਸ ਝੁਕਾਇਆ ਔਰ ਇਹ ਬਚਨ ਮੰਨਿਆ ਕਿ ਬਿਲਕੁਲ ਸੱਚ ਹੈ ਜੋ ਆਪ ਕਹਿ ਰਹੇ ਹੋ। ਅਗਰ ਵਿਆਪਕ ਪਾਰ ਬ੍ਰਹਮ ਪਰਮੇਸ਼ਰ ਦੀ ਆਰਤੀ ਕਰਨੀ ਹੋਏ ਤਾਂ ਗੁਰੂ ਨਾਨਕ ਦੇ ਸ਼ਬਦ ਨਾਲ ਹੀ ਹੋ ਸਕਦੀ ਹੈ। ਇਉਂ ਗੁਰੂ ਜੀ ਦੇ ਸ਼ਬਦ ਅੱਗੇ ਆਪਾਂ ਵੀ ਸਿਜਦਾ ਕਰੀਏ ਅਤੇ ਗੁਰੂ ਦੇ ਉਪਦੇਸ਼ਾਂ ਨੂੰ ਹਿਰਦੇ 'ਚ ਵਸਾਈਏ। ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ ਜੀ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨੋਂ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰਿੰਗ ਕੋ, ਹੋਏ ਜਾਤੇ ਤੇਰਾ ਨਾਮ ਵਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।